हाँ जी, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਗਿਆਨਮ ਪੰਜਾਬ ਦੇ ਆਫੀਸ਼ੀਅਲ YouTube ਚੈਨਲ ਤੇ। ਤੁਸੀਂ ਸਾਰੇ ਜਾਣਦੇ ਹੋ ਇੱਥੇ ਤੁਹਾਨੂੰ CDP ਪੜ੍ਹਾਈ ਜਾਂਦੀ ਹੈ, ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ। ਭਾਵੇਂ ਤੁਹਾਡਾ ਪੀਐਸਟੈਟ ਪੇਪਰ 1 ਹੋਵੇ ਜਾਂ 2 ਹੋਵੇ, ਭਾਵੇਂ ਤੁਸੀਂ ਇੰਗਲਿਸ਼ ਮੀਡੀਅਮ ਦੇ ਹੋ ਜਾਂ ਪੰਜਾਬੀ ਮੀਡੀਅਮ ਦੇ ਹੋ, ਤੁਸੀਂ ਆਰਾਮ ਨਾਲ ਬਿਨਾਂ ਕਿਸੇ ਟੈਨਸ਼ਨ ਤੋਂ ਇਹ ਵੀਡੀਓ ਦੇਖ ਸਕਦੇ ਹੋ, ਕਿਉਂਕਿ ਇਹ ਸੈਸ਼ਨ ਜਿਹੜਾ ਹੈ ਬਾਈਲਿੰਗੁਅਲ ਰਹਿਣ ਵਾਲਾ ਹੈ। ਦੋਨੋਂ ਪੇਪਰਸ ਲਈ ਜਿਹੜਾ ਹੈ ਇਹ ਸੈਸ਼ਨ ਜ਼ਰੂਰੀ ਰਹਿਣ ਵਾਲਾ ਹੈ। ਅੱਜ ਦਾ ਟੌਪਿਕ ਤੁਸੀਂ ਮੇਰੇ ਪਿੱਛੇ ਥੰਬਨੇਲ ਦੇ ਵਿੱਚ ਪੜ੍ਹ ਹੀ ਸਕਦੇ ਹੋ। ਇਹ ਹੈਗਾ ਜੀ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਐਰਿਕ ਐਰਿਕਸਨ ਦੀ ਇੱਕ ਬੜੀ ਪਰਸਨੈਲਿਟੀ ਡਿਵੈਲਪਮੈਂਟ ਯਾਨੀ ਕਿ ਸ਼ਖਸੀਅਤ ਦੇ ਵਿਕਾਸ ਦੇ ਉੱਪਰ ਇੱਕ ਬੜੀ ਜ਼ਰੂਰੀ ਥਿਊਰੀ ਹੈ। ਸਾਈਕੋ ਸੋਸ਼ਲ ਥਿਊਰੀ ਇਹਨੂੰ ਕਿਹਾ ਜਾਂਦਾ ਹੈ। ਮਨੋ ਸਮਾਜਿਕ ਸਿਧਾਂਤ ਇਹਨੂੰ ਐਰਿਕ ਐਰਿਕਸਨ ਦਾ ਆਖਿਆ ਜਾਂਦਾ ਹੈ। ਬਹੁਤ ਜ਼ਿਆਦਾ ਜ਼ਰੂਰੀ ਹੈ। ਹਰ ਸਾਲ ਤਕਰੀਬਨ ਹਰ ਸਾਲ 1 ਨੰਬਰ ਦਾ ਕੁਐਸਚਨ ਤੁਸੀਂ ਇਹਦੇ ਵਿੱਚੋਂ ਜ਼ਰੂਰ ਜਿਹੜਾ ਹੈ ਪੇਪਰ ਦੇ ਵਿੱਚ ਐਕਸਪੈਕਟ ਜਿਹੜਾ ਹੈ ਉਮੀਦ ਕਰ ਸਕਦੇ ਹੋ। ਠੀਕ ਹੈ ਜੀ। ਇਸ ਤੋਂ ਪਹਿਲਾਂ ਤੁਸੀਂ ਜਾਣਦੇ ਹੋ ਆਪਾਂ ਗਰੋਥ ਡਿਵੈਲਪਮੈਂਟ ਕਰ ਚੁੱਕੇ, ਆਪਾਂ ਹੈਰੀਡਿਟੀ ਇਨਵਾਇਰਨਮੈਂਟ ਕਰ ਚੁੱਕੇ, ਆਪਾਂ ਸਮਾਜੀਕਰਨ ਕਰ ਚੁੱਕੇ, ਆਪਾਂ ਜਿਹੜਾ ਹੈ ਜੀਨ ਪਿਆਜੇ ਦੀ ਥਿਊਰੀ ਪੜ੍ਹ ਚੁੱਕੇ ਹਾਂ, ਆਪਾਂ ਵਾਈਗੋਸਕੀ ਦੀ ਥਿਊਰੀ ਪੜ੍ਹ ਚੁੱਕੇ ਹਾਂ ਤੇ ਆਪਾਂ ਕੋਲਬਰਗ ਦੀ ਥਿਊਰੀ ਵੀ ਜਿਹੜੀ ਹੈ ਪੜ੍ਹ ਚੁੱਕੇ ਹਾਂ। ਠੀਕ ਹੈ ਜੀ। ਤਾਂ ਇੱਥੇ ਸਾਡੇ ਨਾਲ ਜੁੜੇ ਰਹੋ, ਪੂਰੀ ਵੀਡੀਓ ਨੂੰ ਐਂਡ ਤੱਕ ਦੇਖਿਓ। ਇਹ ਵੀ ਅੱਜ ਤੁਹਾਡਾ ਪੂਰਾ ਪੱਕੇ ਤਰੀਕੇ ਤੋਂ ਕਰਕੇ ਤੁਹਾਨੂੰ ਭੇਜ ਦੇਣਾ ਵੀ ਤੁਹਾਡਾ 1 ਨੰਬਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਪੱਕਾ ਹੋ ਜਾਵੇ। ਠੀਕ ਹੈ ਜੀ। ਇਸ ਵੀਡੀਓ ਦੇ ਵਿੱਚ ਅਸੀਂ ਕਨਸੈਪਟ ਸਮਝਣ ਜਾ ਰਹੇ ਹਾਂ। ਬੜੀ ਛੋਟੀ ਜੀ ਪਿਆਰੀ ਜੀ ਵੀਡੀਓ ਹੋਣ ਵਾਲੀ ਹੈ। ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ, ਇਹਦੇ ਤੇ ਕਮੈਂਟ ਕਰਿਓ ਤੇ ਐਂਡ ਤੱਕ ਬਣੇ ਰਹੋ। ਤੁਹਾਨੂੰ ਇਸ ਤੋਂ ਵਧੀਆ ਵੀਡੀਓ YouTube ਤੇ ਇਸ ਟੌਪਿਕ ਤੇ ਮਿਲ ਹੀ ਨਹੀਂ ਸਕਦੀ। ਜੁੜੇ ਰਹੋ, ਐਂਡ ਤੱਕ ਵੀਡੀਓ ਨੂੰ ਦੇਖਦੇ ਰਹੋ। ਚਲੋ ਜੀ, ਬਿਨਾਂ ਕਿਸੇ ਟੈਨਸ਼ਨ ਤੋਂ, ਬਿਨਾਂ ਕਿਸੇ ਦਬਾਅ ਤੋਂ ਆਪਾਂ ਸ਼ੁਰੂ ਕਰਨਾ ਹੈ। ਖੇਡ ਦੇ ਵਿੱਚ ਸਮਝ ਲੈਣਾ ਐਰਿਕ ਐਰਿਕਸਨ ਦੀ ਜਿਹੜੀ ਥਿਊਰੀ ਹੈ ਸਾਈਕੋ ਸੋਸ਼ਲ ਡਿਵੈਲਪਮੈਂਟ ਦੀ। ਇਹਦੇ ਵਿੱਚ ਇਹਨਾਂ ਨੇ 8 ਜਿਹੜੀਆਂ ਹੈ ਸਟੇਜਸ ਦਿੱਤੀਆਂ। ਉਹਨਾਂ 8 ਸਟੇਜਸ ਦੀ ਆਪਾਂ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜੇ ਕਿਹੜੇ ਜਿਹੜਾ ਹੈ ਕਿਸ ਚੀਜ਼ ਬਾਰੇ ਇਹ ਥਿਊਰੀ ਹੈ ਜੀ। ਇਹ ਥਿਊਰੀ ਹੈਗੀ ਹੈ ਜੀ ਤੁਹਾਡੀ ਪਰਸਨੈਲਿਟੀ ਤੇ। ਠੀਕ ਹੈ ਜੀ। ਤੁਹਾਡੀ ਜਿਹੜੀ ਸ਼ਖਸੀਅਤ ਹੁੰਦੀ ਹੈ ਉਹਦੇ ਉੱਤੇ ਇਹ ਥਿਊਰੀ ਗੱਲ ਕਰਦੀ ਹੈ। ਐਰਿਕ ਐਰਿਕਸਨ ਨੇ ਕਿਹਾ ਜੀ 8 ਸਟੇਜਸ ਦੇ ਵਿੱਚ ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹ ਡਿਵੈਲਪ ਹੁੰਦੀ ਹੈ, ਉਹਦਾ ਜਿਹੜਾ ਹੈ ਵਿਕਾਸ ਹੁੰਦਾ ਹੈ। ਠੀਕ ਹੈ ਜੀ। ਇਹ ਜਿਹੜੀ ਥਿਊਰੀ ਹੈ ਜੀ ਇਹਨੂੰ ਵੱਖ-ਵੱਖ ਨਾਮਾਂ ਤੋਂ ਜਾਣਿਆ ਜਾਂਦਾ ਹੈ। ਤੁਹਾਨੂੰ ਇਹ ਨਾਮ ਪਤਾ ਹੋਣੇ ਚਾਹੀਦੇ ਆ। ਕਿਉਂ? ਕਿਉਂਕਿ ਕਈ ਵਾਰ ਪੇਪਰ ਦੇ ਵਿੱਚ ਜਿਹੜਾ ਹੈ ਕੁਐਸਚਨ ਦੇ ਵਿੱਚ ਡਾਇਰੈਕਟ ਨਾਮ ਨਾ ਦੇ ਕੇ ਉਹਦਾ ਦੂਜਾ ਤੀਜਾ ਨਾਮ ਲਿਖ ਦਿੱਤਾ ਜਾਂਦਾ ਹੈ ਤੇ ਬੱਚੇ ਜਿਹੜੇ ਹੈਗੇ ਆ ਜੀ ਬੜੇ ਮਾਸੂਮ ਹੁੰਦੇ ਆ, ਛੱਡ ਆਉਂਦੇ ਆ ਇਹ ਸੋਚ ਕੇ ਵੀ ਅਸੀਂ ਤਾਂ ਇਹ ਥਿਊਰੀ ਪੜ੍ਹੀ ਹੀ ਨਹੀਂ। ਠੀਕ ਹੈ ਜੀ। ਤਾਂ ਇਹ ਥਿਊਰੀ ਨੂੰ ਸਾਈਕੋ ਸੋਸ਼ਲ ਡਿਵੈਲਪਮੈਂਟ ਥਿਊਰੀ ਯਾਨੀ ਕਿ ਮਨੋ ਸਮਾਜਿਕ ਵਿਕਾਸ ਦਾ ਸਿਧਾਂਤ ਵੀ ਆਖਿਆ ਜਾਂਦਾ ਹੈ। ਤੇ ਦੂਜਾ ਜੀ ਇਹਨੂੰ ਲਾਈਫ ਸਪੈਨ ਡਿਵੈਲਪਮੈਂਟ ਥਿਊਰੀ ਯਾਨੀ ਕਿ ਜੀਵਨ ਕਾਲ ਵਿਕਾਸ ਦਾ ਜਿਹੜਾ ਸਿਧਾਂਤ ਹੈ ਉਹ ਵੀ ਆਖਿਆ ਜਾਂਦਾ ਹੈ। ਉਰੇ ਤੋਂ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਲਾਈਫ ਸਪੈਨ ਯਾਨੀ ਕਿ ਪੂਰੀ ਜ਼ਿੰਦਗੀ ਦੇ ਵਿੱਚ ਤੁਹਾਡੀ ਸ਼ਖਸੀਅਤ ਜਿਹੜੀ ਹੈ ਉਹ ਬਣਦੀ ਰਹਿੰਦੀ ਹੈ। ਸਟੇਜਸ ਤੋਂ ਜਿਹੜੀ ਹੈ ਇਹ ਅੱਗੇ ਵੱਧਦੀ ਹੈ। ਪਹਿਲੀ ਸਟੇਜ ਤੋਂ ਸ਼ੁਰੂ ਹੋ ਕੇ 8ਵੀਂ ਸਟੇਜ ਏਜ ਵਾਈਜ਼ ਇਹਨਾਂ ਨੇ ਬਿਲਕੁਲ ਜਿਹੜੀ ਹੈ ਸਾਫ਼-ਸਾਫ਼ ਤਰੀਕੇ ਨਾਲ ਕਲਾਸੀਫਾਈ ਕਰਕੇ ਦਿੱਤੀ ਹੋਈ ਹੈ। ਠੀਕ ਹੈ ਜੀ। ਨਾਮ ਯਾਦ ਰਹਿਣਗੇ? ਫਟਾਫਟ ਨਾਮ ਕਮੈਂਟਾਂ ਦੇ ਵਿੱਚ ਲਿਖ ਦਿਓ, ਇਹ ਤੁਹਾਨੂੰ ਯਾਦ ਹੋਣੇ ਚਾਹੀਦੇ। ਪ੍ਰੀਵੀਅਸ ਈਅਰ ਅੱਜ ਤੋਂ 5 ਸਾਲ ਪਹਿਲਾਂ ਕੁਐਸਚਨ ਆਇਆ ਸੀ, ਐਰਿਕ ਐਰਿਕਸਨ ਦੀ ਥਿਊਰੀ ਆਈ ਸੀ, ਨਾਮ ਆਇਆ ਸੀ ਕੁਐਸਚਨ ਦੇ ਵਿੱਚ ਲਾਈਫ ਸਪੈਨ ਡਿਵੈਲਪਮੈਂਟ ਥਿਊਰੀ ਦੇ ਅਨੁਸਾਰ। ਤਾਂ ਬੱਚਿਆਂ ਨੇ ਜਿਹੜਾ ਹੈ 80% ਜਨਤਾ ਉਹ ਕੁਐਸਚਨ ਛੱਡ ਕੇ ਆਈ। ਉਹਨਾਂ ਨੂੰ ਲੱਗਿਆ ਇਹ ਥਿਊਰੀ ਤਾਂ ਸਾਡੇ ਸਿਲੇਬਸ 'ਚ ਹੀ ਨਹੀਂ ਹੈ, ਪਤਾ ਨਹੀਂ ਕਿੱਥੋਂ ਪਾਤੀ। ਠੀਕ ਹੈ ਜੀ। ਤਾਂ ਇਹ ਨਾਮ ਆਪਣੇ ਕੋਲ ਨੋਟ ਕਰਕੇ ਰੱਖਿਓ, ਕਾਪੀ ਪੈਨ ਨਾਲ ਲੈ ਕੇ ਬੈਠਿਆ ਕਰੋ। ਮੈਂ ਵਾਰ-ਵਾਰ ਕਹਿੰਦੀ ਹਾਂ ਨੋਟਸ ਆਪਣੇ ਬਣਾਉਂਦੇ ਚੱਲੋ। ਇਹ ਲੈਕਚਰ ਤੋਂ ਬਾਅਦ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਨਹੀਂ ਪੈਣੀ। ਠੀਕ ਹੈ ਜੀ। ਚਲੋ ਆ ਜਾਓ। ਹੁਣ ਅੱਜ ਅਸੀਂ ਪੜ੍ਹਨਾ ਕੀ ਹੈ? ਸਭ ਤੋਂ ਪਹਿਲਾਂ ਅਸੀਂ ਐਰਿਕ ਐਰਿਕਸਨ ਬਾਰੇ ਥੋੜ੍ਹਾ ਜਿਹਾ ਜਾਣਾਂਗੇ। ਫਿਰ ਆਪਾਂ ਥਿਊਰੀ ਤੇ ਜਿਹੜੇ ਹੈ ਐਲੀਮੈਂਟਸ ਯਾਨੀ ਕਿ ਥੋੜ੍ਹੇ ਜਿਹੇ ਤੱਤ ਜਿਹੜੇ ਹੈ ਉਹ ਪੜ੍ਹਾਂਗੇ। ਬੜਾ ਹੀ ਜ਼ਰੂਰੀ ਜੀ ਐਪੀਜੈਨੇਟਿਕ ਪ੍ਰਿੰਸੀਪਲ, ਐਪੀਜੈਨੇਟਿਕ ਦਾ ਸਿਧਾਂਤ ਜਿਹੜਾ ਹੈ ਉਹ ਅਸੀਂ ਇਹਦੇ ਵਿੱਚ ਪੜ੍ਹਨਾ ਹੈ। ਕੀ ਹੁੰਦਾ ਆਪਾਂ ਜਾਣਾਂਗੇ ਥੋੜ੍ਹੀ ਦੇਰ ਦੇ ਵਿੱਚ। ਫਿਰ ਐਟ ਦਾ ਐਂਡ ਅਸੀਂ 8 ਜਿਹੜੀਆਂ ਇਹਨਾਂ ਨੇ ਸਟੇਜਸ ਦਿੱਤੀਆਂ ਪਰਸਨੈਲਿਟੀ ਦੀਆਂ, ਸ਼ਖਸੀਅਤ ਦੀਆਂ, ਜਿਹੜੇ 8 ਪੜਾਅ ਦਿੱਤੇ ਆ ਇਹਨਾਂ ਨੇ ਉਹਨਾਂ ਦੀ ਇੱਕ-ਇੱਕ ਕਰਕੇ ਗੱਲ ਕਰਨੀ ਹੈ। ਚਲੋ ਜੀ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਥੋੜ੍ਹਾ ਜਿਹਾ, ਇਹਦੇ ਨਾਲ ਕੀ ਹੈ ਤੁਹਾਡਾ ਬੇਸ ਬਣ ਜਾਂਦਾ ਹੈ ਨਾ। ਹੁਣ ਮੈਂ ਸਿੱਧਾ ਥਿਊਰੀ ਸ਼ੁਰੂ ਕਰਦਾ ਵੀ ਜੀ ਇਹ ਪਹਿਲੀ ਸਟੇਜ ਹੈ, ਦੂਜੀ ਸਟੇਜ ਹੈ, ਤਾਂ ਮਜ਼ਾ ਜਿਹਾ ਨਹੀਂ ਆਉਣਾ ਹੈ ਨਾ। ਥੋੜ੍ਹਾ ਜਿਹਾ ਜਾਣ ਲਓ। ਇਹ ਜਿਹੜੇ ਸੀਗੇ ਜੀ 1902 ਦੇ ਵਿੱਚ ਪੈਦਾ ਹੋਏ ਸੀਗੇ ਤੇ 1994 ਦੇ ਵਿੱਚ ਇਹਨਾਂ ਦਾ ਜਿਹੜਾ ਹੈ ਅੰਤਿਮ ਸਮਾਂ ਸੀਗਾ।
ਠੀਕ ਹੈ, ਅਮਰੀਕਨ ਸੀਗੇ, ਜਰਮਨ ਸੀਗੇ, ਠੀਕ ਹੈ। ਪੰਜਾਬੀ ਦੇ ਵਿੱਚ ਵੀ ਟਰਾਂਸਲੇਸ਼ਨ ਹੈਗੀ ਹੈ, ਟੈਨਸ਼ਨ ਨਹੀਂ ਲੈਣੀ। ਜਿਹੜੇ ਪੰਜਾਬੀ ਵਾਲੇ ਉਰੇ ਬੈਠੇ ਕਿਤੇ ਇਹ ਸੋਚ ਕੇ ਨਾ ਭੱਜ ਜਿਓ ਵੀ ਮੈਡਮ ਪੰਜਾਬੀ 'ਚ ਨਹੀਂ ਪੜ੍ਹਾਉਂਦੀ, ਪੰਜਾਬੀ ਦੇ ਵਿੱਚ ਵੀ ਹੈਗੀ ਹੈ। ਕੌਮੀਅਤ ਇਹਨਾਂ ਦੀ ਜੀ ਅਮਰੀਕੀ ਜਰਮਨ ਸੀਗੇ, ਤੁਸੀਂ ਦੇਖ ਹੀ ਸਕਦੇ ਹੋ। ਪੈਦਾ ਜਰਮਨੀ 'ਚ ਹੋਏ ਸੀਗੇ, ਮੌਤ ਇਹਨਾਂ ਦੀ USA ਦੇ ਵਿੱਚ ਹੋਈ ਸੀ। ਇਹਨਾਂ ਦਾ ਜਿਹੜਾ ਜੀ ਫੀਲਡ ਸੀਗਾ ਮਨੋਵਿਗਿਆਨ, ਕਿਹੜਾ ਸੀਗਾ? ਡਿਵੈਲਪਮੈਂਟਲ ਮਨੋਵਿਗਿਆਨਿਕ ਇਹ ਸੀਗੇ, ਠੀਕ ਹੈ। ਡਿਵੈਲਪਮੈਂਟ ਬਾਰੇ, ਵਿਕਾਸ ਬਾਰੇ ਇਹਨਾਂ ਨੇ ਜਿਹੜੇ ਹੈ ਆਪਣੀ ਖੋਜ ਬੀਜ ਜਿਹੜੀ ਹੈ ਉਹ ਜਾਰੀ ਰੱਖੀ ਆਪਣੇ ਜੀਵਨ ਕਾਲ ਦੇ ਵਿੱਚ। ਉਸ ਤੋਂ ਬਾਅਦ ਦੇਖੋ ਜੀ ਕਿਹਦੇ ਤੋਂ ਪ੍ਰਭਾਵਿਤ ਸੀਗੇ? ਸਿਗਮਨ ਫਰੂਇਡ, ਠੀਕ ਹੈ। ਸਿਗਮਨ ਫਰੂਇਡ ਦੀ ਵੀ ਆਪਾਂ ਸਾਈਕੋ ਐਨਾਲਿਟੀਕਲ ਥਿਊਰੀ ਪੜ੍ਹਨੀ ਹੈ ਅੱਗੇ ਜਾ ਕੇ, ਠੀਕ ਹੈ, ਪਰਸਨੈਲਿਟੀ ਦੇ ਵਿੱਚ। ਉਹਨਾਂ ਤੋਂ ਹੀ ਇਹ ਪ੍ਰਭਾਵਿਤ ਸੀਗੇ, ਠੀਕ ਹੈ ਜੀ। ਉਹਨਾਂ ਤੋਂ ਹੀ ਜਿਹੜੇ ਸੀਗੇ ਇਹ ਪ੍ਰਭਾਵਿਤ ਸੀਗੇ ਸਿਗਮਨ ਫਰੂਇਡ ਤੋਂ। ਉਸ ਤੋਂ ਬਾਅਦ ਜੀ ਇਹਨਾਂ ਨੇ ਹੀ ਆ ਟਰਮ ਕੋਇਨ ਕਰੀ ਹੈ ਲਾਈਫ ਸਪੈਨ ਡਿਵੈਲਪਮੈਂਟ, ਮਤਲਬ ਕਿ ਜਿਹੜਾ ਜੀਵਨ ਕਾਲ ਦਾ ਵਿਕਾਸ ਦਾ ਸਿਧਾਂਤ ਹੈ ਇਹ ਸ਼ਬਦ ਇਹਨਾਂ ਨੇ ਹੀ ਦਿੱਤਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਥਿਊਰੀਜ਼ ਨੇ ਜੀ ਉਹ ਕਿਸ ਤੇ ਬੇਸਡ ਨੇ? ਸੋਸ਼ਲ ਸਾਈਕੋਲੋਜੀਕਲ ਡਿਵੈਲਪਮੈਂਟ, ਸਮਾਜ ਦੇ ਵਿੱਚ ਰਹਿ ਕੇ ਇਨਸਾਨ ਦੇ ਮਨੋਵਿਗਿਆਨ, ਉਹਦੀ ਚੇਤਨਾ ਦਾ ਵਿਕਾਸ ਕਿਵੇਂ ਹੁੰਦਾ ਹੈ ਤੇ ਐਟ ਦਾ ਐਂਡ ਉਹਦੀ ਸ਼ਖਸੀਅਤ ਕਿਵੇਂ ਬਣਦੀ ਹੈ, ਉਹ ਇਹਨਾਂ ਨੇ ਆਪਣੀ ਥਿਊਰੀ ਦੇ ਵਿੱਚ ਗੱਲ ਕਰੀ ਹੈ, ਠੀਕ ਹੈ ਜੀ। ਇਹਦੇ ਵਿੱਚੋਂ ਕੁਝ ਵੀ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਹੈ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਚਲੋ ਅੱਗੇ ਆ ਜਾਓ ਜੀ। ਹੁਣ ਦੇਖ ਲਓ ਫਟਾਫਟ ਇਹਨਾਂ ਦੀ ਥਿਊਰੀ ਦੇ ਤੱਤ ਕੀ ਹੈ, ਠੀਕ ਹੈ। 3 ਇਹਨਾਂ ਦੇ ਮੇਨ ਤੱਤ ਹੈ ਥਿਊਰੀ ਦੇ। ਸਭ ਤੋਂ ਪਹਿਲੀ ਚੀਜ਼ ਤਾਂ ਜੀ ਹੈਗੀ ਹੈ ਈਗੋ ਆਈਡੈਂਟੀਟੀ। ਟੈਨਸ਼ਨ ਨਹੀਂ ਲੈਣੀ, ਸਾਰਾ ਕੁਝ ਸਮਝਾਂਗੇ ਕੀ ਹੁੰਦਾ, ਪਹਿਲਾਂ ਪਤਾ ਕਰ ਲਓ ਕੀ ਕੀ ਹੈ। ਈਗੋ ਆਈਡੈਂਟੀਟੀ ਪਹਿਲਾ ਤੱਤ ਹੈ, ਈਗੋ ਸਟਰੈਂਥ ਦੂਸਰਾ ਤੱਤ ਹੈ, ਤੇ ਤੀਸਰਾ ਹੈਗਾ ਜੀ ਕੌਨਫਲਿਕਟ। ਪੰਜਾਬੀ ਵਾਲਿਆਂ ਲਈ ਹਉਮੈ ਦੀ ਪਛਾਣ, ਠੀਕ ਹੈ, ਹੰਕਾਰ ਦੀ ਪਛਾਣ, ਹਉਮੈ ਦੀ ਤਾਕਤ, ਹੰਕਾਰ ਦੀ ਤਾਕਤ ਤੇ ਟਕਰਾਅ, ਠੀਕ ਹੈ। ਇਹ 3 ਜਿਹੜੇ ਹੈਗੇ ਆ ਇਹਨਾਂ ਦੇ ਸਿਧਾਂਤ ਦੇ ਤੱਤ ਹੈ। ਇੱਕ ਇੱਕ ਕਰਕੇ ਜਾਣ ਲੈਂਦੇ ਆ ਕਿਹੜਾ ਹੁੰਦਾ। ਪਹਿਲਾ ਜੀ ਈਗੋ ਆਈਡੈਂਟੀਟੀ, ਠੀਕ ਹੈ, ਯਾਨੀ ਕਿ ਹਉਮੈ ਦੀ ਪਛਾਣ। ਇਨਸਾਨ ਦੀ ਜਿਹੜੀ ਈਗੋ ਹੈ ਜੀ, ਤੁਸੀਂ ਸਾਰੇ ਜਾਣਦੇ ਹੋ ਸਾਡੀ ਈਗੋ, ਸਾਡੀ ਹਉਮੈ ਕਿਉਂ ਬਣੀ ਹੈ, ਠੀਕ ਹੈ। ਮੈਂ ਸਮਾਜ ਦੇ ਵਿੱਚ ਰਹਿਣਾ, ਠੀਕ ਹੈ, ਵੀ ਮੈਂ ਤਾਂ ਜੀ ਬਹੁਤ ਵਧੀਆ ਜਗ੍ਹਾ ਤੇ ਕੰਮ ਕਰਦਾ, ਮੇਰੀ ਇੱਜ਼ਤ ਹੋਣੀ ਚਾਹੀਦੀ ਹੈ 4 ਲੋਕਾਂ ਦੇ ਵਿੱਚ। ਮੇਰੇ ਕੋਲ ਪੱਲੇ ਤਾਂ ਜੀ 4 ਪੈਸੇ ਹੈ, ਮੇਰੇ ਪੱਲੇ ਤਾਂ ਜ਼ਮੀਨ ਹੈ, ਮੇਰੀ ਇੱਜ਼ਤ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ, ਠੀਕ ਹੈ। ਤਾਂ ਇਨਸਾਨ ਆਪਣੀ ਇੱਜ਼ਤ, ਆਪਣੀ ਈਗੋ ਨੂੰ ਕਿਵੇਂ ਪਛਾਣਦਾ ਹੈ, ਕਿਵੇਂ ਜਿਹੜਾ ਹੈ ਸਮਾਜ ਦੇ ਵਿੱਚ ਜੋੜ ਕੇ ਉਹ ਪਛਾਣਦਾ ਹੈ? ਤਾਂ ਇਹ ਯਾਦ ਰੱਖਣਾ, ਕਦੋਂ ਬਣਦੀ ਹੈ ਈਗੋ? ਕਦੋਂ ਬਣਦੀ ਹੈ? ਬਾਏ ਹਿਊਮਨ ਇੰਟਰੈਕਸ਼ਨ, ਯਾਨੀ ਕਿ ਜਿਹੜਾ ਕਿ ਇਨਸਾਨ ਦਾ ਇਨਸਾਨ ਨਾਲ ਜਿਹੜਾ ਇੰਟਰੈਕਸ਼ਨ ਹੋ ਰਿਹਾ, ਇੱਕ ਵਿਅਕਤੀ ਦਾ ਦੂਜੇ ਵਿਅਕਤੀ ਨਾਲ ਜਿਹੜਾ ਪ੍ਰਕਿਰਿਆ, ਸਮਾਜਿਕ ਪ੍ਰਕਿਰਿਆ ਹੋ ਰਹੀ ਹੈ, ਉਹਦੇ ਕਰਕੇ ਇਨਸਾਨ ਦੀ ਕੀ ਬਣਦੀ ਹੈ? ਹੰਕਾਰ ਬਣਦਾ। ਅਸੀਂ ਸਭ 'ਚ ਕਿਉਂ ਹੰਕਾਰ ਹੈ? ਦੇਖੋ ਜੇ ਅਸੀਂ ਇਕੱਲੇ ਹੁੰਦੇ ਇਸ ਧਰਤੀ ਤੇ, ਸਾਡੇ 'ਚ ਕੋਈ ਹੰਕਾਰ ਹੀ ਨਾ ਹੁੰਦਾ। ਸਾਡੇ ਦੇ ਅੰਦਰ ਈਗੋ ਕਿਉਂ ਹੈ ਜੀ? ਅਸੀਂ ਆਪਣੀ ਈਗੋ ਦੀ ਪਛਾਣ ਕਿਵੇਂ ਕਰ ਪਾ ਰਹੇ ਹਾਂ? ਕਿਉਂਕਿ ਅਸੀਂ ਆਪਣੇ ਆਪ ਨੂੰ ਸਮਾਜ ਨਾਲ ਜੋੜ ਕੇ ਦੇਖਦੇ ਹਾਂ, ਠੀਕ ਹੈ। ਅਸੀਂ ਆਪਣੇ ਆਪ ਨੂੰ ਸਮਾਜ ਨਾਲ ਜੋੜ ਕੇ ਦੇਖਦੇ ਹਾਂ। ਤਾਂ ਇਹਦੇ ਵਿੱਚ ਜਿਹੜਾ ਹੈ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ, ਕਦੋਂ ਇਨਸਾਨ ਦੇ ਅੰਦਰ ਹੰਕਾਰ ਆਉਂਦਾ ਹੈ? ਜਦੋਂ ਆਪਣੀ ਸਰਾਊਂਡਿੰਗਸ ਦੇ ਬਾਰੇ ਕੌਨਸ਼ੀਅਸ ਹੁੰਦਾ ਹੈ, ਠੀਕ ਹੈ ਜੀ। ਜਦੋਂ ਆਪਣੇ ਆਲੇ ਦੁਆਲੇ ਦੇ ਬਾਰੇ ਕੀ ਹੁੰਦਾ ਹੈ? ਚੇਤਨ ਜਿਹੜਾ ਹੈ ਬਣ ਜਾਂਦਾ ਹੈ, ਠੀਕ ਹੈ। ਜਿਹੜੇ ਛੋਟੇ ਬੱਚੇ ਹੁੰਦੇ ਦੇਖੋ ਉਹਨਾਂ 'ਚ ਕੋਈ ਹੰਕਾਰ ਨਹੀਂ ਹੁੰਦਾ। ਜਿਵੇਂ ਜਿਵੇਂ ਇਨਸਾਨ ਵੱਡਾ ਹੁੰਦਾ ਜਾਂਦਾ ਉਹਦੀ ਈਗੋ ਵੱਧਦੀ ਜਾਂਦੀ ਹੈ, ਕਿਉਂਕਿ ਉਹ ਆਪਣੇ ਆਸ-ਪਾਸ ਆਲੇ ਦੁਆਲੇ ਦੇ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਵੱਡਾ ਦਿਖਾਉਣਾ ਚਾਹੁੰਦਾ, ਠੀਕ ਹੈ ਜੀ। ਤਾਂ ਇਹ ਇਹਨਾਂ ਦੀ ਥਿਊਰੀ ਦਾ ਪਹਿਲਾ ਤੱਤ ਹੈ ਈਗੋ ਆਈਡੈਂਟੀਟੀ। ਆਂਦੀ ਕਿਵੇਂ ਹੈ? ਸਮਾਜ ਨਾਲ ਜੁੜ ਕੇ ਇਹ ਆਂਦੀ ਹੈ, ਠੀਕ ਹੈ ਜੀ। ਚਲੋ ਅਗਲੀ ਹੈ ਜੀ ਈਗੋ ਸਟਰੈਂਥ, ਹਉਮੈ ਦੀ ਤਾਕਤ ਕੀ ਹੈ, ਠੀਕ ਹੈ ਜੀ। ਈਗੋ ਸਟਰੈਂਥਸ ਡੀਲ ਵਿਦ ਐਨ ਇੰਡੀਵਿਜੂਅਲ ਬਿਕਮਿੰਗ ਕੰਪੀਟੈਂਟ। ਕੰਪੀਟੈਂਟ ਦਾ ਮਤਲਬ ਕੀ ਹੁੰਦਾ ਹੈ? ਏਬਲ, ਠੀਕ ਹੈ, ਯਾਨੀ ਕਿ ਕਾਬਲ ਬਣਨਾ। ਇਨ ਡਿਫਰੈਂਟ ਏਰੀਆਜ਼ ਆਫ ਲਾਈਫ ਬਾय ਬਿਕਮਿੰਗ ਕੰਪੀਟੈਂਟ ਇਨ ਲਾਈਫ ਦੇ ਫੀਲ ਮੋਰ ਇੰਪੋਰਟੈਂਟ। ਦੇਖੋ ਸਾਡੀ ਜਿਹੜਾ ਹੰਕਾਰ ਹੈ ਉਹ ਹੋਰ ਤਾਕਤਵਰ ਕਦੋਂ ਹੁੰਦਾ? ਪੰਜਾਬੀ ਸਮਝ ਲਓ, ਠੀਕ ਹੈ, ਇੰਨੀ ਅੰਗਰੇਜ਼ੀ ਤਾਂ ਸਾਨੂੰ ਸਮਝ ਨਹੀਂ ਆਉਂਦੀ। ਪੰਜਾਬੀ 'ਚ ਸਿੱਧੀ ਸਿੱਧੀ ਗੱਲ ਸਮਝੋ, ਈਗੋ ਸਟਰੈਂਥ ਕੀ ਹੈ? ਤੁਹਾਡਾ ਜਿਹੜਾ ਹੰਕਾਰ ਹੈ ਉਹਦੀ ਤਾਕਤ ਵੱਧਦੀ ਕਦੋਂ ਹੈ? ਜਦੋਂ ਤੁਹਾਨੂੰ ਪਤਾ ਤੁਸੀਂ ਕੋਈ ਕੰਮ ਕਰਨ ਦੇ ਕਾਬਲ ਹੋ, ਠੀਕ ਹੈ ਜੀ। ਜਦੋਂ ਤੁਸੀਂ ਕੋਈ ਕੰਮ ਕਰਨ ਦੇ ਕਾਬਲ ਹੋ ਤੁਹਾਡਾ ਜਿਹੜਾ ਹੰਕਾਰ ਹੈ ਆਪਣੇ ਆਪ ਵੱਧ ਜਾਏਗਾ, ਠੀਕ ਹੈ। ਹੁਣ ਮੰਨ ਲਓ ਤੁਹਾਡਾ ਬੌਸ ਜਿਹੜਾ ਹੈ ਤੁਹਾਨੂੰ ਗਾਲਾਂ ਕੱਢਦਾ ਰਹਿੰਦਾ, ਠੀਕ ਹੈ। ਤੁਸੀਂ ਅੰਦਰੋਂ ਕੀ ਸੋਚੋਗੇ? ਯਾਰ ਕੰਮ ਕਰਾਉਣਾ ਕਰਾ, ਨਹੀਂ ਤਾਂ ਮੈਂ ਦੂਜੀ ਜਗ੍ਹਾ ਜਾ ਕੇ ਕਰ ਲੂੰ, ਠੀਕ ਹੈ। ਇਹੀ ਸੋਚੋਗੇ ਨਾ, ਕਿਉਂ? ਕਿਉਂਕਿ ਤੁਹਾਨੂੰ ਪਤਾ ਤੁਹਾਨੂੰ ਉਹ ਕੰਮ ਆਉਂਦਾ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਹਾਡਾ ਹੰਕਾਰ ਕਿਵੇਂ ਵੱਧਦਾ ਜੀ? ਇਹ ਕਹਿੰਦੇ ਆ ਜਦੋਂ ਤੁਸੀਂ ਕਾਬਲ ਬਣਦੇ ਹੋ, ਜਦੋਂ ਤੁਸੀਂ ਕਿਸੇ ਚੀਜ਼ ਦੇ ਨਾਲ ਕਾਬਲ ਹੋ, ਜਦੋਂ ਤੁਸੀਂ ਆਪਣੇ ਆਪ ਨੂੰ ਜੀਵਨ ਦੇ ਵਿੱਚ ਇੱਕ ਕਾਬਲ ਇਨਸਾਨ ਸਮਝਦੇ ਹੋ, ਤਾਂ ਤੁਹਾਡਾ ਜਿਹੜਾ ਹੰਕਾਰ ਹੈ ਜੀ ਹੋਰ ਤਾਕਤਵਰ ਹੋ ਜਾਂਦਾ, ਠੀਕ ਹੈ ਜੀ।
ਤੀਜਾ ਜਿਹੜਾ ਹੈਗਾ ਜੀ ਕੌਨਫਲਿਕਟ ਯਾਨੀ ਕਿ ਟਕਰਾਅ। ਕੌਨਫਲਿਕਟ ਕੀ ਹੈ ਜੀ? ਕੌਨਫਲਿਕਟ ਹੁੰਦਾ ਕਿ ਟਰਨਿੰਗ ਪੁਆਇੰਟ ਹੁੰਦਾ ਜੀ ਸਾਰਿਆਂ ਦੀ ਜ਼ਿੰਦਗੀ ਦਾ। ਇਹ ਯਾਦ ਰੱਖਿਓ, ਇਹ ਕੀ ਹੈ? ਸਭ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਹੈ। ਇਹ ਆਂਦਾ ਕਿਵੇਂ ਹੈ? ਦੇਖੋ ਕੌਨਫਲਿਕਟ ਮਤਲਬ ਸਟਰਗਲਸ, ਠੀਕ ਹੈ, ਸਟਰਗਲਸ ਯਾਨੀ ਟਕਰਾਅ ਕਿਸੇ ਚੀਜ਼ ਨਾਲ, ਠੀਕ ਹੈ। ਕੌਨਫਲਿਕਟ ਬਾਰੇ ਆਪਾਂ ਡਿਟੇਲ 'ਚ ਪੜ੍ਹਨਾ ਹੈ ਇਹਨਾਂ ਦੀ ਅੱਗੇ ਥਿਊਰੀ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਕੌਨਫਲਿਕਟ ਆਂਦਾ ਕਿੱਥੋਂ ਹੈ ਜੀ? ਇਹ ਕੌਨਫਲਿਕਟ ਕਿਵੇਂ ਆਂਦਾ ਹੈ? ਇਹ ਸਾਈਕੋਲੋਜੀਕਲ ਕੁਆਲਿਟੀ ਹੈ, ਇਹ ਯਾਦ ਰੱਖਣਾ। ਇਹਨੂੰ ਸਾਈਕੋ ਸੋਸ਼ਲ ਕ੍ਰਾਈਸਿਸ ਵੀ ਜਿਹੜਾ ਹੈ ਆਖਿਆ ਜਾਂਦਾ ਹੈ। ਕੀ ਆਖਿਆ ਜਾਂਦਾ ਜੀ? ਸਾਈਕੋ ਸੋਸ਼ਲ ਕ੍ਰਾਈਸਿਸ, ਠੀਕ ਹੈ। ਸਾਈਕੋ ਸੋਸ਼ਲ ਕ੍ਰਾਈਸਿਸ ਵੀ ਇਹਨੂੰ ਜਿਹੜਾ ਹੈ ਆਖਿਆ ਜਾਂਦਾ ਹੈ, ਠੀਕ ਹੈ। ਟਕਰਾਅ ਮਤਲਬ ਮੇਰੀ ਸੋਚ ਕੁਛ ਹੋਰ, ਤੁਹਾਡੀ ਸੋਚ ਕੁਛ ਹੋਰ। ਹੁਣ ਸਾਡੇ ਦੋਨਾਂ ਦੀ ਅਲੱਗ-ਅਲੱਗ ਈਗੋ ਹੈ, ਅਸੀਂ ਅਲੱਗ-ਅਲੱਗ ਪਰਸਨੈਲਿਟੀ ਆ, ਸ਼ਖਸੀਅਤਾਂ, ਸਾਡੇ ਵਿੱਚ ਟਕਰਾਅ ਆਏਗਾ, ਠੀਕ ਹੈ ਜੀ। ਚਲੋ, ਇਹ ਤਾਂ ਇਹਨਾਂ ਦੇ 3 ਐਲੀਮੈਂਟ ਹੋ ਗਏ, ਤੁਹਾਨੂੰ ਪਤਾ ਹੋਣੇ ਚਾਹੀਦੇ ਆ ਕਿਹੜੇ-ਕਿਹੜੇ ਹੈ। ਈਗੋ ਆਈਡੈਂਟਿਟੀ ਯਾਨੀ ਕਿ ਹਉਮੈ ਦੀ ਪਛਾਣ, ਈਗੋ ਸਟਰੈਂਥ ਯਾਨੀ ਕਿ ਹਉਮੈ ਦੀ ਤਾਕਤ, ਤੇ ਤੀਜਾ ਜਿਹੜਾ ਹੈ ਕੌਨਫਲਿਕਟ ਯਾਨੀ ਕਿ ਟਕਰਾਅ, ਠੀਕ ਹੈ ਜੀ। ਚਲੋ ਆ ਜਾਓ ਫਟਾਫਟ ਦੇਖ ਲੈਂਦੇ ਆ ਇਹਨਾਂ ਦਾ ਐਪੀਜੈਨੇਟਿਕ ਪ੍ਰਿੰਸੀਪਲ ਕੀ ਹੈ। ਦੇਖੋ ਜੀ, ਐਪੀਜੈਨੇਟਿਕ ਜਿਹੜਾ ਵਰਡ ਹੈ ਨਾ, ਇਹ ਬਾਇਓਲੋਜੀ ਤੋਂ ਲਿੱਤਾ ਗਿਆ ਯਾਨੀ ਕਿ ਬਾਇਓਲੋਜੀ ਤੋਂ ਇਹ ਲੈ ਕੇ ਇਹਨਾਂ ਨੇ ਯੂਜ਼ ਕਰਿਆ ਉਰੇ, ਠੀਕ ਹੈ। ਚੱਕਿਆ ਵਰਡ ਬਾਇਓ ਚੋਂ ਹੈ। ਹੁਣ ਇਹਦਾ ਮਤਲਬ ਕੀ ਹੁੰਦਾ? ਦੇਖੋ ਐਪੀਜੈਨੇਟਿਕ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜੀ ਗਰੋਥ ਹੁੰਦੀ ਹੈ, ਠੀਕ ਹੈ, ਉਹ ਇੱਕ ਸੀਕੁਐਂਸ 'ਚ ਹੁੰਦੀ ਹੈ, ਇੱਕ ਪੈਟਰਨ ਦੇ ਅੰਦਰ ਹੁੰਦੀ ਹੈ। ਇਹ ਆਪਾਂ ਵਿਕਾਸ ਦੇ ਜਿਹੜੇ ਸਿਧਾਂਤ ਪੜ੍ਹੇ ਹੋਏ ਹੈ, ਜੇ ਤੁਸੀਂ ਨਹੀਂ ਦੇਖੀ ਮੇਰੀ ਉਹ ਵੀਡੀਓ ਦੇਖ ਵੀ ਸਕਦੇ ਹੋ। ਵਿਕਾਸ ਦੇ ਜਿਹੜੇ ਸਿਧਾਂਤ ਪੜ੍ਹੇ ਹੋਏ ਆ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਜਿਹੜੀ ਗਰੋਥ ਹੁੰਦੀ ਹੈ ਜੀ, ਉਹ ਇੱਕ ਸੀਕੁਐਂਸ ਫੋਲੋ ਕਰਦੀ ਹੈ, ਇੱਕ ਪਰਟੀਕੂਲਰ ਪੈਟਰਨ ਫੋਲੋ ਕਰਦੀ ਹੈ, ਠੀਕ ਹੈ ਜੀ। ਵੀ ਬੱਚਾ ਜਿਹੜਾ ਹੈ ਪਹਿਲਾਂ ਰੇਂਗਣਾ ਸਿੱਖਦਾ, ਫਿਰ ਹੌਲੀ ਹੌਲੀ ਖੜਾ ਹੋਣਾ ਸਿੱਖਦਾ, ਫਿਰ ਭੱਜਣਾ ਸਿੱਖਦਾ। ਉਸੇ ਤਰੀਕੇ ਨਾਲ ਇਹ ਕਹਿੰਦੇ ਕਿ ਇਨਸਾਨ ਦੀ ਸ਼ਖਸੀਅਤ ਵੀ ਜਿਹੜੀ ਹੈ ਉਹ ਇਸੇ ਤਰੀਕੇ ਨਾਲ ਬਣਦੀ ਹੈ, ਠੀਕ ਹੈ। ਆਓ ਜੀ ਦੇਖ ਲੈਂਦੇ ਹਾਂ। ਇਹ ਕਹਿੰਦੇ ਆ ਕਿ ਜਿਹੜਾ ਈਗੋ ਹੈ ਉਹ ਜ਼ਿੰਦਗੀ ਦੀ ਵੱਖ-ਵੱਖ ਸਟੇਜਸ ਤੇ, ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਤੇ ਜਿਹੜਾ ਹੈ ਬਣਦੀ ਹੈ। ਕਿਵੇਂ? ਐਪੀਜੈਨੇਟਿਕ ਪ੍ਰਿੰਸੀਪਲ ਨੂੰ ਫੋਲੋ ਕਰਕੇ। ਐਪੀਜੈਨੇਟਿਕ ਦਾ ਕੀ ਮਤਲਬ ਹੋਇਆ? ਸਟੈਪ ਬਾਏ ਸਟੈਪ, ਯਾਨੀ ਕਿ ਕਿਵੇਂ? ਕਦਮ ਦਰ ਕਦਮ ਜਿਹੜੀ ਹੈ ਇਹ ਵਿਕਾਸ ਦੀ ਪ੍ਰਕਿਰਿਆ, ਸ਼ਖਸੀਅਤ ਬਣਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਜੀਵਨ ਦੇ ਵੱਖਰੇ-ਵੱਖਰੇ ਪੜਾਵਾਂ ਤੇ ਵਿਕਸਿਤ ਹੁੰਦੀ ਹੈ, ਠੀਕ ਹੈ ਜੀ। ਤਾਂ ਪਹਿਲੀ ਗੱਲ ਇਹਨਾਂ ਨੇ ਕੀ ਕਹੀ ਹੈ ਕਿ ਜਿਹੜੀ ਸ਼ਖਸੀਅਤ ਬਣਨ ਦੀ ਪ੍ਰਕਿਰਿਆ ਹੈ ਉਹ ਜੀਵਨ ਦੇ ਵੱਖ-ਵੱਖ ਪੜਾਵਾਂ ਤੇ ਜਿਹੜੀ ਹੈ ਬਣਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਦੂਜੀ ਗੱਲ ਇਹਨਾਂ ਨੇ ਕੀ ਕਹੀ ਹੈ? ਹਰ ਸਟੇਜ ਦੀ ਆਪਣੀ ਮਹੱਤਤਾ ਹੈ, ਠੀਕ ਹੈ। ਹਰ ਸਟੇਜ ਦੀ ਆਪਣੀ ਮਹੱਤਤਾ ਹੈ ਤੇ ਕਿਸੇ ਵੀ ਸਟੇਜ ਨੂੰ ਜੇ ਸਕਿਪ ਕਰਤਾ ਤਾਂ ਉਹਦੀ ਅਗਲੀ ਸਟੇਜ ਤੇ ਉਹਦਾ ਇਫੈਕਟ ਪਏਗਾ, ਠੀਕ ਹੈ ਜੀ। ਤਾਂ ਇਹਨਾਂ ਨੇ ਕੀ ਕਿਹਾ ਕਿ ਹਰ ਸਟੇਜ ਦੇ ਵਿੱਚ ਕੀ ਹੈ, ਜਿਸ ਤਰੀਕੇ ਨਾਲ ਇਨਸਾਨ ਦੀ ਆਰਗਨ ਡਿਵੈਲਪਮੈਂਟ ਯਾਨੀ ਜਿਸ ਤਰੀਕੇ ਨਾਲ ਇਨਸਾਨ ਦੀ ਡਿਵੈਲਪਮੈਂਟ ਦੀ ਆਪਣੀ ਮਹੱਤਤਾ ਹੈ, ਠੀਕ ਹੈ, ਸਾਡੇ ਵਾਧੇ ਦੀ ਮਹੱਤਤਾ ਹੈ, ਉਸੇ ਤਰੀਕੇ ਨਾਲ ਤੁਹਾਡੀ ਸ਼ਖਸੀਅਤ ਦੇ ਜਿਹੜੀ ਸਟੇਜਸ ਆਉਣਗੀਆਂ ਉਸ ਹਰ ਇੱਕ ਸਟੇਜ ਦੀ ਆਪਣੀ ਮਹੱਤਤਾ ਹੈਗੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਜੀ, ਇਹ ਕਹਿੰਦੇ ਜਿਵੇਂ ਗਰੋਥ ਸੀਕੁਐਂਸ਼ੀਅਲ ਹੁੰਦੀ ਹੈ, ਠੀਕ ਹੈ, ਜੋ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ। ਜਿਹੜੀ ਹਰ ਇੱਕ ਸਟੇਜ ਹੈ ਉਹ ਪਿਛਲੀ ਸਟੇਜ ਦੇ ਉੱਪਰ ਬਣੀ ਹੋਈ ਹੈ। ਇਹ ਐਵੇਂ ਹੈ, ਇੱਟ ਜਿਵੇਂ ਰੱਖਦਾ ਬੰਦਾ, ਪਹਿਲੀ ਸਟੇਜ, ਦੂਜੀ, ਤੀਜੀ, ਇੱਕ ਵੀ ਸਟੇਜ ਇਹਦੇ ਵਿੱਚੋਂ ਹਿੱਲ ਗਈ, ਪੂਰਾ ਢਾਂਚਾ ਜਿਹੜਾ ਹੈ ਸ਼ਖਸੀਅਤ ਦਾ ਹਿੱਲ ਜਾਏਗਾ, ਠੀਕ ਹੈ ਜੀ। ਤਾਂ ਇਹ ਚੀਜ਼ ਇਹ ਕਹਿੰਦੇ ਆ, ਜਿਵੇਂ ਦੇਖੋ ਐਗਜ਼ਾਮਪਲ ਵੀ ਦਿੱਤਾ, ਜਿਵੇਂ ਚਿਲਡਰਨ ਮਸਟ ਕ੍ਰੋਲ ਬਿਫੋਰ ਵਾਕਿੰਗ, ਬੱਚੇ ਜਿਹੜੇ ਹੈ ਪਹਿਲਾਂ ਰੇਂਗਣਾ ਸਿੱਖਦੇ ਆ ਵਾਕ ਕਰਨ ਤੋਂ ਪਹਿਲਾਂ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈ ਰਨਿੰਗ ਕਰਨਾ ਸਿੱਖਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਜੋ ਭੱਜਣਾ ਸਿੱਖ ਗਏ ਤਾਂ ਰੇਂਗਣਾ ਭੁੱਲ ਗਏ, ਠੀਕ ਹੈ। ਤਾਂ ਇਸੇ ਤਰੀਕੇ ਨਾਲ ਇਹ ਕਹਿੰਦੇ ਆ ਵੀ ਜਿਵੇਂ ਸਟੇਜਸ ਤੁਸੀਂ ਪਾਰ ਕਰਦੇ ਜਾਂਦੇ ਹੋ, ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਸ਼ਖਸੀਅਤ ਤੁਹਾਡੀ ਪਹਿਲੀ ਸਟੇਜ 'ਚ ਬਣ ਗਈ ਵੀ ਉਹ ਸ਼ਖਸੀਅਤ ਤੁਸੀਂ ਖੋ ਦੋਗੇ, ਠੀਕ ਹੈ ਜੀ। ਤਾਂ ਇੱਕ ਬਿਲਡਿੰਗ ਦੇ ਵਾਂਗ ਹੈ, ਠੀਕ ਹੈ, ਇੱਕ ਦੇ ਉੱਪਰ ਇੱਕ ਫਲੋਰ, ਇੱਕ ਦੇ ਉੱਪਰ ਇੱਕ ਫਲੋਰ ਬਣੀ ਜਾ ਰਹੀ ਹੈ। ਇੱਕ ਵੀ ਜੇ ਹਿੱਲ ਗਈ ਤਾਂ ਪੂਰੀ ਬਿਲਡਿੰਗ ਜਿਹੜੀ ਹੈ ਉਹ ਨਾਸ਼ ਹੋ ਸਕਦੀ ਹੈ, ਠੀਕ ਹੈ ਜੀ। ਤਾਂ ਇਹ ਇਹਨਾਂ ਦਾ ਐਪੀਜੈਨੇਟਿਕ ਪ੍ਰਿੰਸੀਪਲ। ਐਪੀਜੈਨੇਟਿਕ ਦਾ ਮਤਲਬ ਕੀ ਹੁੰਦਾ ਹੈ? ਯਾਦ ਰੱਖਿਓ, ਸਟੈਪ ਬਾਏ ਸਟੈਪ, ਯਾਨੀ ਕਿ ਕਦਮ ਦਰ ਕਦਮ ਜਿਹੜੀ ਹੈਗੀ ਹੈ ਇਹ ਕਹਿੰਦੇ ਸ਼ਖਸੀਅਤ ਤੁਹਾਡੀ ਬਣਦੀ ਹੈ, ਠੀਕ ਹੈ। ਇੱਕ ਵੀ ਕਦਮ ਦੇ ਵਿੱਚ ਗੜਬੜ ਹੋਈ ਨਹੀਂ ਤੇ ਪੂਰੀ ਸ਼ਖਸੀਅਤ ਇਨਸਾਨ ਦੀ ਵਿਗੜੀ ਨਹੀਂ। ਚਲੋ ਜੀ, ਹੁਣ ਆ ਜਾਓ ਫਟਾਫਟ ਇਹਨਾਂ ਦੀਆਂ ਸਟੇਜਸ ਦੀ ਗੱਲ ਕਰ ਦਿੰਦੇ ਹਾਂ। ਜਿਹੜੀ 8 ਸਟੇਜਸ ਇਹਨਾਂ ਨੇ ਦਿੱਤੀਆਂ ਸਭ ਤੋਂ ਜ਼ਰੂਰੀ ਹੈ, ਇਹਦੇ ਵਿੱਚੋਂ ਹੀ ਕੁਐਸਚਨ ਆਉਂਦਾ ਹੈ, ਠੀਕ ਹੈ ਜੀ। 8 ਸਟੇਜਸ ਇਹਨਾਂ ਨੇ ਦਿੱਤੀਆਂ, ਮੈਂ ਫਟਾਫਟ ਪੜ੍ਹ ਦਿੰਦੀ ਹਾਂ ਤੁਹਾਨੂੰ। ਟਰਸਟ ਵਰਸਸ ਮਿਸਟਰਸਟ ਯਾਨੀ ਵਿਸ਼ਵਾਸ ਬਨਾਮ ਅਵਿਸ਼ਵਾਸ। ਆਟੋਨੋਮੀ ਵਰਸਸ ਸ਼ੇਮ ਐਂਡ ਡਾਊਟ ਯਾਨੀ ਕਿ ਖੁਦ ਮੁਖਤਿਆਰੀ ਬਨਾਮ ਸ਼ਰਮ ਅਤੇ ਸ਼ੱਕ। ਤੀਜੀ ਸਟੇਜ ਹੈ ਜੀ ਇਨੀਸ਼ੀਏਟਿਵ ਵਰਸਸ ਗਿਲਟ ਯਾਨੀ ਕਿ ਪਹਿਲ ਕਦਮੀ ਬਨਾਮ ਦੋਸ਼। ਚੌਥੀ ਸਟੇਜ ਹੈ ਜੀ ਇੰਡਸਟਰੀ ਵਰਸਸ ਇਨਫੀਰੀਓਰਿਟੀ, ਉਦਯੋਗ ਬਨਾਮ ਘਟੀਅਤਾ। ਪੰਜਵੀਂ ਸਟੇਜ ਹੈ ਜੀ ਆਈਡੈਂਟਿਟੀ ਵਰਸਸ ਰੋਲ ਕਨਫਿਊਜ਼ਨ ਯਾਨੀ ਕਿ ਪਛਾਣ ਬਨਾਮ ਭੂਮਿਕਾ ਉਲਝਣ। ਛੇਵੀਂ ਸਟੇਜ ਹੈ ਜੀ ਇੰਟੀਮੇਸੀ ਵਰਸਸ ਆਈਸੋਲੇਸ਼ਨ ਯਾਨੀ ਕਿ ਨੇੜਤਾ ਬਨਾਮ ਇਕੱਲਤਾ।
7ਵੀं स्टेज है जी जनरेटिविटी वर्सेस स्टैगनेशन, यानी कि उत्पत्ति बनाम खड़ोत। ਤੇ ਉਸ ਤੋਂ ਬਾਅਦ ਦੇਖੋ ਜੀ ਇੰਟੀਗ੍ਰਿਟੀ ਵਰਸਸ ਡਿਸਪੇਅਰ ਲਾਸਟ, ਯਾਨੀ ਕਿ ਇਕਸਾਰਤਾ ਬਨਾਮ ਨਿਰਾਸ਼ਤਾ। ਠੀਕ ਹੈ ਜੀ, ਤਾਂ ਇਹ ਇਹਨਾਂ ਦੀਆਂ 8 ਸਟੇजेस ਹੈ। ਇੰਗਲਿਸ਼ ਵਾਲੇ ਇੰਗਲਿਸ਼ 'ਚ ਯਾਦ ਰੱਖਣ, ਪੰਜਾਬੀ ਵਾਲੇ ਪੰਜਾਬੀ 'ਚ ਯਾਦ ਰੱਖਣ। ਠੀਕ ਹੈ ਜੀ, ਮੈਂ ਤਾਂ ਪਰਸਨਲੀ ਕਹੂੰਗੀ ਪੰਜਾਬੀ ਵਾਲੇ ਇੰਗਲਿਸ਼ 'ਚ ਵੀ ਯਾਦ ਰੱਖਣ, ਕਿਉਂਕਿ ਪੰਜਾਬੀ 'ਚ ਕਈ ਵਾਰ ਬੜੇ ਵਰਡ ਨਾ ਜਿਹੜੇ ਠੇਠ ਹੋ ਜਾਂਦੇ ਹੈ। ਜਿਨ੍ਹਾਂ ਨੂੰ ਆਉਂਦੀ ਹੈ ਉਹ ਬਿਲਕੁਲ ਕਰ ਸਕਦੇ ਹੈ, ਜਿਨ੍ਹਾਂ ਨੂੰ ਥੋੜ੍ਹੀ ਜਿਵੇਂ ਮੇਰੇ ਵਾਂਗ ਥੋੜ੍ਹੀ ਬਹੁਤ ਚੰਗੀ ਬੋਲਣੀ ਆਉਂਦੀ ਹੈ, ਚੀਜ਼ਾਂ ਕੰਫਰਟੇਬਲ ਹੈ ਇੰਗਲਿਸ਼ 'ਚ ਯਾਦ ਕਰਨ ਦੇ, ਉਹ ਇਸ ਤਰੀਕੇ ਨਾਲ ਵੀ ਜਿਹੜਾ ਹੈ ਕਰ ਸਕਦੇ ਆ। ਠੀਕ ਹੈ ਜੀ, CDP ਦੇ ਵਿੱਚ ਹਮੇਸ਼ਾ ਯਾਦ ਰੱਖਿਓ ਇੰਗਲਿਸ਼ ਟੈਕਨੀਕਲ ਟਰਮ ਜ਼ਰੂਰ ਯਾਦ ਰੱਖਿਆ ਕਰੋ, ਕਿਉਂਕਿ ਕਈ ਵਾਰ ਪੰਜਾਬੀ ਦੇ ਵਿੱਚ ਚੀਜ਼ਾਂ ਬਹੁਤ ਔਖੀਆਂ ਜਿਹੜੀਆਂ ਹੈ ਜਾਪਣ ਲੱਗ ਜਾਂਦੀਆਂ। ਠੀਕ ਹੈ ਜੀ, ਚਲੋ ਹੁਣ ਇੱਕ ਇੱਕ ਸਟੇਜ ਬਾਰੇ ਆਪਾਂ ਜਿਹੜਾ ਹੈ ਡਿਟੇਲ 'ਚ ਪੜ੍ਹਨਾ। ਠੀਕ ਹੈ, ਇਹ ਟੇਬਲ ਤੇ ਆਪਾਂ ਐਂਡ 'ਚ ਆਵਾਂਗੇ ਸਾਰੀਆਂ ਸਟੇजेस ਕਰਨ ਤੋਂ ਬਾਅਦ। ਠੀਕ ਹੈ ਜੀ, ਚਲੋ ਪਹਿਲੀ ਸਟੇਜ ਦੇਖੋ ਟਰਸਟ ਵਰਸਸ ਮਿਸਟਰਸਟ, ਯਾਨੀ ਕਿ ਵਿਸ਼ਵਾਸ ਬਨਾਮ ਅਵਿਸ਼ਵਾਸ। ਦੇਖੋ ਜੀ ਇਹ ਕਿਹੜੀ ਉਮਰ ਦੇ ਵਿੱਚ ਹੁੰਦੀ ਹੈ? ਇਹ ਹੁੰਦੀ ਹੈ ਜੀ ਇਨਫੈਂਸੀ ਉਮਰ, ਯਾਨੀ ਕਿ 1 ਸਾਲ ਤੱਕ ਜਿਹੜੀ ਹੈ ਇਹ ਸਟੇਜ ਹੁੰਦੀ ਹੈ। ਠੀਕ ਹੈ ਜੀ, ਇਹਦੇ ਵਿੱਚ ਜਿਹੜਾ ਹੈ ਬੱਚਾ ਜਿਹੜਾ ਹੈ ਉਹਦੇ ਵਿੱਚ 2 ਚੀਜ਼ਾਂ ਹੁੰਦੀਆਂ, ਜਾਂ ਤਾਂ ਟਰਸਟ ਪੈਦਾ ਹੋਏਗਾ ਬੱਚੇ 'ਚ ਜਾਂ ਮਿਸਟਰਸਟ, ਯਾਨੀ ਕਿ ਜਾਂ ਤਾਂ ਬੱਚੇ 'ਚ ਵਿਸ਼ਵਾਸ ਪੈਦਾ ਹੋਏਗਾ ਜਾਂ ਅਵਿਸ਼ਵਾਸ ਜਿਹੜਾ ਹੈ ਉਹ ਪੈਦਾ ਹੋਏਗਾ। ਪਹਿਲਾਂ ਦੇਖੋ ਜੀ ਇਹਦੇ ਵਿੱਚ ਬੱਚੇ ਕਹਿੰਦੇ ਆ ਵੀ ਬੱਚਾ ਜਿਹੜਾ ਹੈ ਕੰਪਲੀਟਲੀ ਡਿਪੈਂਡੈਂਟ ਹੈ ਦੂਸਰਿਆਂ ਤੇ, ਤੁਹਾਨੂੰ ਪਤਾ ਹੀ ਹੈ 1 ਸਾਲ ਦਾ ਹੁੰਦਾ। ਠੀਕ ਹੈ, ਇਹਦੇ ਵਿੱਚ ਇਹ ਕਹਿੰਦੇ ਆ ਵੀ ਜੇ ਬੱਚੇ ਨੂੰ ਘਰ ਦੇ ਵਿੱਚ ਪੂਰਾ ਉਹ ਪਿਆਰ ਮਿਲੇ, ਕੇਅਰ ਮਿਲੇ, ਜਿਹੜਾ ਉਹ ਇੱਕ ਛੋਟਾ ਬੱਚਾ ਜਿਹੜਾ ਹੈ ਉਹਨੂੰ ਚਾਹੀਦੀ ਹੁੰਦੀ ਹੈ, ਮਾਂ ਦਾ ਪਿਆਰ, ਮਾਂ ਦਾ ਦੁੱਧ, ਉਹ ਸਾਰਾ ਕੁਝ ਟਾਈਮ ਨਾਲ ਮਿਲਦਾ ਰਵੇ, ਤਾਂ ਬੱਚੇ ਦਾ ਦੁਨੀਆ ਤੇ ਇੱਕ ਵਿਸ਼ਵਾਸ ਬਣਨਾ ਸ਼ੁਰੂ ਹੋ ਜਾਂਦਾ ਹੈ। ਜੇਕਰ ਉਹਨੂੰ ਘਰ ਦੇ ਵਿੱਚ ਟਾਈਮ ਨਹੀਂ ਮਿਲ ਰਿਹਾ, ਮੰਨ ਲਓ ਮਾਂ ਜਿਹੜੀ ਹੈ ਆਪਣੀ ਨੌਕਰੀ ਦੀ ਵਜ੍ਹਾ ਤੋਂ ਜਾਂ ਕਿਸੇ ਹੋਰ ਵਜ੍ਹਾ ਤੋਂ ਬੱਚੇ ਨੂੰ ਟਾਈਮ, ਪਿਆਰ, ਕੇਅਰ ਨਹੀਂ ਦੇ ਪਾ ਰਹੀ, ਤਾਂ ਉਹ ਬੱਚੇ ਦੇ ਵਿੱਚ ਕਿਸ ਚੀਜ਼ ਦੀ ਭਾਵਨਾ ਆ ਜਾਏਗੀ ਜੀ? ਮਿਸਟਰਸਟ। ਉਹ ਦੁਨੀਆ ਦੇ ਉੱਤੇ ਅੱਗੇ ਜਾ ਕੇ ਭਰੋਸਾ ਨਹੀਂ ਕਰ ਪਾਏਗਾ। ਤੇ ਹਰ ਸਟੇਜ ਦੇ ਵਿੱਚੋਂ ਜੀ ਨਿਕਲ ਕੇ ਆਉਂਦੀ ਹੈ ਇੱਕ ਵਰਚੂ, ਯਾਨੀ ਕਿ ਇੱਕ ਗੁਣ ਜਿਹੜਾ ਹੈ ਹਰ ਸਟੇਜ ਦੇ ਵਿੱਚ ਬੱਚਾ ਡਿਵੈਲਪ ਕਰ ਲੈਂਦਾ ਆਪਣੀ ਪਰਸਨੈਲਿਟੀ ਦੇ ਵਿੱਚ। ਤਾਂ ਜੇ ਇਸ ਸਟੇਜ ਦੇ ਵਿੱਚ ਬੱਚੇ ਦਾ ਪਾਲਣ ਪੋਸ਼ਣ ਚੰਗਾ ਹੋ ਗਿਆ ਤੇ ਉਹਦੇ 'ਚ ਟਰਸਟ ਆ ਗਿਆ, ਤਾਂ ਬੱਚੇ ਦੇ ਅੰਦਰ ਜੀ ਹੋਪ ਆ ਜਾਏਗਾ, ਯਾਨੀ ਕਿ ਆਸ, ਉਮੀਦ ਜਿਹੜੀ ਹੈ ਉਹ ਜਾਗ ਜਾਏਗੀ ਕਿ ਮੈਂ ਦੁਨੀਆ 'ਚ ਆਇਆ, ਠੀਕ ਆਇਆ। ਠੀਕ ਹੈ ਜੀ, ਤਾਂ ਇੱਕ ਉਮੀਦ ਉਹਦੇ ਵਿੱਚ ਜਾਗ ਜਾਏਗੀ। ਦੇਖੋ ਕੁਐਸਚਨ ਕਿਵੇਂ ਬਣਦਾ? ਕੁਐਸਚਨ ਬਣਦਾ ਉਹ ਤੁਹਾਨੂੰ ਸਟੇਜ ਦੇ ਦੇਣਗੇ ਤੇ ਪੁੱਛ ਲੈਣਗੇ ਉਹਦੇ ਵਿੱਚ ਵਰਚੂ, ਯਾਨੀ ਕਿ ਉਹਦੇ ਵਿੱਚ ਗੁਣ ਜਿਹੜਾ ਹੈ ਉਹ ਕਿਹੜਾ ਬਣਦਾ, ਜਾਂ ਉਮਰ ਪੁੱਛ ਲੈਣਗੇ ਕਿਹੜੀ ਉਮਰ ਦੀ ਸਟੇਜ ਹੈ ਇਹ? ਟਰਸਟ ਵਰਸਸ ਮਿਸਟਰਸਟ। ਤਾਂ ਮੈਂ ਤੁਹਾਨੂੰ ਦੱਸਿਆ ਇਨਫੈਂਸੀ, ਯਾਨੀ ਕਿ 1 ਸਾਲ ਦੀ ਉਮਰ ਦੀ ਇਹ ਸਟੇਜ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਆ ਜਾਓ ਜੀ ਅਗਲਾ ਦੇਖੋ ਸਟੇਜ 2 ਆਟੋਨੋਮੀ ਵਰਸਸ ਸ਼ੇਮ ਐਂਡ ਡਾਊਟ, ਯਾਨੀ ਕਿ ਤੁਹਾਡਾ ਖੁਦ ਮੁਖਤਿਆਰੀ ਬਨਾਮ ਸ਼ਰਮ ਅਤੇ ਸ਼ੱਕ। ਹੁਣ ਇਹਦੇ ਵਿੱਚ ਦੇਖੋ ਜੀ ਬੱਚਾ ਜਿਹੜਾ ਹੈਗਾ ਥੋੜਾ ਵੱਡਾ ਹੋ ਚੁੱਕਿਆ ਹੈ, ਅਰਲੀ ਚਾਈਲਡਹੁੱਡ ਦੇ ਵਿੱਚ ਆ ਚੁੱਕਿਆ, 2 ਤੋਂ 3 ਸਾਲ ਦੀ ਇਹ ਉਮਰ ਹੈ। ਤੁਹਾਨੂੰ ਪਤਾ ਇਹਦੇ ਵਿੱਚ ਬੱਚਾ ਜਿਹੜਾ ਹੈ ਸਕੂਲ ਤਾਂ ਨਹੀਂ ਜਾਂਦਾ ਹੈ, ਤਾਂ ਇਹਦੇ ਵਿੱਚ ਜਿਹੜਾ ਹੈ ਬੱਚਾ, ਇਹਦੇ ਵਿੱਚ ਕੀ ਹੁੰਦਾ, ਬੱਚੇ ਨੂੰ ਕੀ ਕਰਦਾ, ਬੱਚਾ ਖੁਦ ਜਿਹੜੀਆਂ ਹੈ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦਾ। ਠੀਕ ਹੈ, ਜੇ ਤਾਂ ਉਹ ਬੱਚਾ ਖੁਦ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦਾ, ਆਪਣੀ ਬੋਡੀ ਦਾ ਕੰਟਰੋਲ ਪਾ ਲੈਂਦਾ, ਤਾਂ ਉਹ ਬੱਚਾ ਕੀ ਹੋ ਜਾਏਗਾ? ਆਟੋਨੋਮਸ, ਖੁਦ ਮੁਖਤਿਆਰ, ਆਪਣੇ ਆਪ ਚੀਜ਼ਾਂ ਕਰਨੀਆਂ ਸਿੱਖ ਜਾਏਗਾ। ਪਰ ਜੇਕਰ ਉਹ ਜਿਹੜਾ ਹੈ ਮੰਨ ਲਓ ਉਹਦੇ ਮਾਂ-ਬਾਪ ਜਿਹੜੇ ਹੈ ਉਹਨੂੰ ਕੋਈ ਚੀਜ਼ ਚੱਜ ਨਾਲ ਕਰਨ ਨਹੀਂ ਦਿੰਦੇ, ਉਹਨੂੰ ਡਾਂਟਦੇ ਰਹਿੰਦੇ ਵੀ ਤੈਨੂੰ ਨਹੀਂ ਆਉਂਦਾ, ਇਹ ਨਹੀਂ ਵੋ ਨਹੀਂ, ਤਾਂ ਉਹ ਬੱਚੇ ਦੇ ਅੰਦਰ ਕੀ ਆ ਜਾਏਗਾ? ਉਹਦੇ ਅੰਦਰ ਸ਼ੇਮ, ਸ਼ਰਮ ਆ ਜਾਏਗੀ ਤੇ ਸ਼ੱਕ ਪੈਦਾ ਹੋ ਜਾਏਗਾ ਆਪਣੇ ਉੱਪਰ ਕਿ ਕੀ ਮੈਂ ਕੁਝ ਖੁਦ ਕਰ ਸਕਦਾ ਜਾਂ ਨਹੀਂ ਕਰ ਸਕਦਾ। ਤਾਂ ਦੇਖੋ ਜੀ ਜੇ ਇਸ ਸਟੇਜ ਤੋਂ ਬੱਚਾ ਠੀਕ ਠਾਕ ਬਾਹਰ ਨਿਕਲ ਆਉਂਦਾ ਹੈ, ਠੀਕ ਹੈ, ਉਹਨੂੰ ਸਪੋਰਟਿਵ ਫੈਮਿਲੀ ਮਿਲ ਜਾਂਦੀ ਹੈ, ਤਾਂ ਉਹਦੇ ਅੰਦਰ ਜੀ ਗੁਣ ਜਿਹੜਾ ਹੈ ਪੈਦਾ ਹੋ ਜਾਏਗਾ ਮਰਜ਼ੀ ਦਾ, ਵਿਲ ਦਾ, ਬੱਚਾ ਜਿਹੜਾ ਹੈ ਖੁਦ ਤੋਂ ਚੀਜ਼ਾਂ ਕਰਨੀਆਂ ਸਿੱਖ ਜਾਏਗਾ। ਠੀਕ ਹੈ ਜੀ, ਇਹ ਤਾਂ ਹੋਗੀ ਤੁਹਾਡੀ ਦੂਜੀ ਸਟੇਜ। ਚਲੋ ਜੀ ਤੀਜੀ ਸਟੇਜ ਆ ਜਾਓ ਇਨੀਸ਼ੀਏਟਿਵ ਵਰਸਸ ਗਿਲਟ। ਠੀਕ ਹੈ, ਯਾਨੀ ਕਿ ਪਹਿਲ ਕਦਮੀ ਬਨਾਮ ਦੋਸ਼। ਇਹਦੇ ਵਿੱਚ ਦੇਖੋ ਜੀ ਤੁਹਾਡੀ ਜਿਹੜੀ ਸਟੇਜ ਦਾ ਉਮਰ ਹੈ ਇਹ ਕਿਹੜੀ ਹੈ? ਪ੍ਰੀ ਸਕੂਲ ਦੀ ਉਮਰ ਹੈ, 4 ਤੋਂ 5 ਸਾਲ ਦੀ ਜਿਹੜੀ ਹੈ ਇਹ ਉਮਰ ਹੈ। ਇਹਦੇ ਵਿੱਚ ਦੇਖੋ ਜੀ ਕੀ ਹੁੰਦਾ ਹੈ ਇਨੀਸ਼ੀਏਟਿਵ ਵਰਸਸ ਗਿਲਟ ਦੇ ਅੰਦਰ। ਦੇਖੋ ਜੇ ਤਾਂ ਬੱਚੇ ਦੇ ਮਾਂ-ਬਾਪ ਜਿਹੜੇ ਹੈ ਬੱਚੇ ਨੂੰ ਕੰਮ ਕਰਨ ਲਈ ਇਨੀਸ਼ੀਏਟਿਵ ਦਿੰਦੇ ਆ, ਬੱਚਾ ਮੰਨ ਲਓ ਕੁਝ ਕਰਨਾ ਚਾਹੁੰਦਾ, ਉਹਨੂੰ ਕਹਿੰਦੇ ਹਾਂ ਬਈ ਕਰ, ਅਸੀਂ ਤੇਰੇ ਨਾਲ ਆ। ਠੀਕ ਹੈ, ਤਾਂ ਬੱਚਾ ਜਿਹੜਾ ਹੈ ਖੁਦ ਤੋਂ ਚੀਜ਼ਾਂ ਕਰਨੀਆਂ ਸਿੱਖੇਗਾ। ਠੀਕ ਹੈ, ਪਰ ਜੇ ਮੰਨ ਲਓ ਮਾਂ-ਬਾਪ ਜਿਹੜੇ ਹੈ ਓਵਰ ਪਾਵਰ ਕਰਨ ਦੀ ਕੋਸ਼ਿਸ਼ ਕਰਦੇ ਆ, ਬੱਚੇ ਨੂੰ ਡੋਮੀਨੇਟ, ਉਹਨੂੰ ਚੀਜ਼ਾਂ ਕਰਨ ਤੋਂ ਰੋਕਦੇ ਆ, ਨਹੀਂ ਦੀਵਾਰਾਂ ਤੇ ਨਹੀਂ ਲਿਖਣਾ, ਨਹੀਂ ਇਹ ਚੀਜ਼ ਨਹੀਂ ਖਾਣੀ, ਦੰਦ ਖਰਾਬ ਹੋ ਜਾਣਗੇ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਕਈ ਹੁੰਦੇ ਆ ਨਾ ਮਾਂ-ਬਾਪ ਓਵਰ ਪ੍ਰੋਟੈਕਟਿਵ ਤਰੀਕੇ ਦੇ, ਤਾਂ ਉਸ ਕੇਸ ਦੇ ਵਿੱਚ ਜੀ ਬੱਚਾ ਕੀ ਹੋ ਜਾਏਗਾ? ਬੱਚੇ ਨੂੰ ਗਿਲਟ ਆਉਣ ਲੱਗ ਜਾਏਗਾ ਵੀ ਮੈਂ ਖੁਦ ਨਹੀਂ ਕੁਝ ਕਰ ਸਕਦਾ, ਜੋ ਕਰਨਗੇ ਮੇਰੇ ਮਾਂ-ਬਾਪ ਹੀ ਕਰਨਗੇ। ਠੀਕ ਹੈ ਜੀ, ਤਾਂ ਜੇ ਇਸ ਸਟੇਜ ਤੋਂ ਬੱਚਾ ਠੀਕ ਠਾਕ ਬਾਹਰ ਨਿਕਲਿਆ ਹੈ ਤਾਂ ਜੀ ਵਰਚੂ ਆ ਜਾਂਦੀ ਹੈ ਪਰਪਸ ਦੀ, ਯਾਨੀ ਕਿ ਗੁਣ ਆ ਜਾਂਦਾ ਹੈ ਉਦੇਸ਼ ਦਾ।
ਠੀਕ ਹੈ ਜੀ। ਤੁਹਾਨੂੰ ਸਟੇਜ ਯਾਦ ਹੋਣੀ ਚਾਹੀਦੀ ਹੈ, ਉਮਰ ਯਾਦ ਹੋਣੀ ਚਾਹੀਦੀ ਹੈ, ਤੇ ਤੁਹਾਨੂੰ ਵਰਚੂ ਯਾਨੀ ਕਿ ਗੁਣ ਉਹਦਾ ਯਾਦ ਹੋਣਾ ਚਾਹੀਦਾ। ਚਲੋ ਜੀ, ਚੌਥੀ ਆ ਜਾਓ, ਇੰਡਸਟਰੀ ਵਰਸਿਸ ਇਨਫੀਰੀਓਰਿਟੀ। ਠੀਕ ਹੈ, ਇੰਡਸਟਰੀ ਵਰਸਿਸ ਇਨਫੀਰੀਓਰਿਟੀ ਯਾਨੀ ਕਿ ਉਦਯੋਗ ਬਨਾਮ ਘਟੀਅਤਾ। ਠੀਕ ਹੈ, ਹੁਣ ਇਹ ਉਮਰ ਹੁੰਦੀ ਹੈ ਜੀ ਜਦੋਂ ਬੱਚਾ ਸਕੂਲ ਜਾਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ, ਹੁਣ ਬੱਚਾ ਸਕੂਲ ਜਾਣਾ ਸ਼ੁਰੂ ਕਰ ਦਿੰਦਾ, ਉਹਦੀ ਜਿਹੜੀ ਹੈ ਪੜ੍ਹਾਈ ਇਹ ਸਭ ਕੁਝ ਸ਼ੁਰੂ ਹੋ ਜਾਂਦਾ ਹੈ, ਹੋਰ ਲੋਕਾਂ ਨਾਲ ਮਿਲਣਾ, ਦੋਸਤ ਬਣਾਉਣਾ, ਐਵੇਂ ਦੀ ਪ੍ਰਕਿਰਿਆ ਜਿਹੜੀ ਹੈ ਜ਼ਿੰਦਗੀ ਦੀ ਸ਼ੁਰੂ ਹੋ ਜਾਂਦੀ ਹੈ, ਯਾਨੀ ਉਹਦੀ ਸੈਕੰਡਰੀ ਸੋਸ਼ਲਾਈਜੇਸ਼ਨ ਇੱਕ ਤਰੀਕੇ ਨਾਲ ਸ਼ੁਰੂ ਹੋ ਜਾਂਦੀ ਹੈ। ਤਾਂ ਇਹਦੇ ਵਿੱਚ ਦੇਖੋ ਜੀ, ਸਭ ਤੋਂ ਜ਼ਰੂਰੀ ਹੈ ਕਿ ਮਾਂ-ਬਾਪ, ਟੀਚਰ ਬੱਚੇ ਨੂੰ ਪ੍ਰੇਜ਼ ਕਰਨ। ਠੀਕ ਹੈ, ਜੇ ਬੱਚੇ ਨੂੰ ਪ੍ਰੇਜ਼ ਕਰਿਆ ਜਾਏਗਾ ਉਹਦੇ ਕੰਮਾਂ ਲਈ, ਉਹਦੇ ਐਫਰਟਸ ਲਈ, ਤਾਂ ਬੱਚਾ ਜਿਹੜਾ ਹੈ ਆਪਣੇ ਆਪ ਦੇ ਅੰਦਰ ਚੰਗਾ ਫੀਲ ਕਰੇਗਾ। ਜਦ ਕਿ ਮੰਨ ਲਓ ਵੀ ਜੇ ਉਹਨੂੰ ਹਮੇਸ਼ਾ ਕੋਸਦੇ ਰਹਿਣ ਵੀ ਤੇਰੇ ਤੋਂ ਤਾਂ ਹੋਣਾ ਨਹੀਂ, ਹੁਣ ਮੰਨ ਲਓ ਵੀ ਜੇ ਬੱਚੇ ਨੇ ਮੰਨ ਲਓ ਕੋਈ ਚੀਜ਼ ਗਲਤ ਵੀ ਕਰੀ ਹੈ, ਜੇ ਮੰਨ ਲਓ ਉਹ ਇੰਨਾ ਤੇਜ਼ ਨਹੀਂ ਹੈ ਜਿੰਨਾ ਬਾਕੀ ਬੱਚੇ ਹੈ, ਤਾਂ ਜੇ ਉਹਨੂੰ ਕੋਸਦੇ ਰਹੋਗੇ ਤਾਂ ਉਹ ਬੱਚਾ ਹੋਰ ਜਿਹੜਾ ਹੈ ਆਪਣੇ ਆਪ ਦੇ ਅੰਦਰ ਘਟੀਆ ਮਹਿਸੂਸ ਕਰਨ ਲੱਗ ਜਾਏਗਾ। ਤਾਂ ਇਹਦੇ ਵਿੱਚ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਇਹਦੇ ਵਿੱਚੋਂ ਹੀ ਕੁਐਸਚਨ ਆਉਂਦਾ ਹੈ, ਇਹਦੇ ਵਿੱਚ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਹੈ ਪੇਰੈਂਟਸ ਤੇ ਟੀਚਰਸ ਬੱਚੇ ਨੂੰ ਪ੍ਰੇਜ਼ ਕਰਨ, ਉਹਦੀ ਤਾਰੀਫ ਕਰਨ, ਉਹਦੇ ਛੋਟੇ ਤੋਂ ਛੋਟੇ ਐਫਰਟ ਲਈ ਵੀ ਉਹਦੀ ਤਾਰੀਫ ਕਰਨ। ਜੇ ਇਹ ਹੋ ਜਾਂਦਾ ਹੈ ਤਾਂ ਜੀ ਬੱਚੇ 'ਚ ਕੰਪੀਟੈਂਸ ਆ ਜਾਂਦੀ ਹੈ। ਕੰਪੀਟੈਂਸ ਦਾ ਮਤਲਬ ਕੀ ਹੁੰਦਾ ਹੈ ਜੀ? ਕਾਬਲੀਅਤ। ਠੀਕ ਹੈ, ਯੋਗਤਾ। ਠੀਕ ਹੈ, ਕੀ ਆ ਜਾਂਦੀ ਹੈ? ਯੋਗਤਾ ਆ ਜਾਂਦੀ ਹੈ ਬੱਚੇ ਦੇ ਅੰਦਰ, ਕਿਉਂਕਿ ਬੱਚੇ ਨੂੰ ਪਤਾ ਹੈ ਵੀ ਮੈਂ ਬੱਚੇ ਦੀ ਤਾਰੀਫ ਕਰੋਗੇ, ਬੱਚਾ ਹੋਰ ਪ੍ਰੈਕਟਿਸ ਕਰੇਗਾ, ਹੋਰ ਪ੍ਰੈਕਟਿਸ ਕਰਨ ਨਾਲ ਉਹ ਹੋਰ ਕਾਬਲ ਜਿਹੜਾ ਹੈ ਬਣਦਾ ਜਾਏਗਾ। ਠੀਕ ਹੈ ਜੀ, ਤਾਂ ਇਹ ਚੀਜ਼ ਯਾਦ ਰੱਖਿਓ। ਔਰ ਇਹ ਉਮਰ ਕਿਹੜੀ ਹੁੰਦੀ ਹੈ ਜੀ? ਸਟੇਜ ਨੰਬਰ 4 ਦੀ ਉਮਰ। ਸਟੇਜ 4 ਦੀ ਜਿਹੜੀ ਉਮਰ ਹੈ ਜੀ, ਉਹ ਤੁਹਾਡਾ ਲੇਟਰ ਚਾਈਲਡਹੁੱਡ ਯਾਨੀ ਕਿ 6 ਤੋਂ 11 ਸਾਲ ਦੀ ਉਮਰ ਜਿਹੜੀ ਹੈ ਉਹ ਹੁੰਦੀ ਹੈ। ਤੁਹਾਨੂੰ ਪਤਾ ਇਹਦੇ ਵਿੱਚ ਬੱਚਾ ਜਿਹੜਾ ਹੈ ਸਕੂਲ ਜਾਣਾ ਸ਼ੁਰੂ ਕਰ ਦਿੰਦਾ। ਚਲੋ ਜੀ, ਅਗਲੀ ਸਟੇਜ ਤੇ ਆ ਜਾਓ ਫਟਾਫਟ। ਇਹ ਜਿਹੜੀ ਸੀਗੀ ਸਾਡੀ ਚੌਥੀ ਸਟੇਜ ਸੀਗੀ। ਠੀਕ ਹੈ, ਨਾਲ ਨਾਲ ਯਾਰ ਸੈਸ਼ਨ ਨੂੰ ਲਾਈਕ ਕਰ ਦਿਆ ਕਰੋ। ਪੰਜਵੀਂ ਹੈਗੀ ਹੈ ਆਈਡੈਂਟੀਟੀ ਵਰਸਿਸ ਰੋਲ ਕਨਫਿਊਜ਼ਨ। ਇਹ ਆਉਂਦੀ ਹੈ ਜੀ ਤੁਹਾਡੀ ਅਡੋਲੋਸੈਂਟ ਯਾਨੀ ਕਿ ਤੁਹਾਡੀ ਕਿਸ਼ੋਰ ਅਵਸਥਾ ਦੇ ਵਿੱਚ ਇਹ ਜਿਹੜੀ ਚੀਜ਼ ਹੈ ਨਿਕਲ ਕੇ ਆਉਂਦੀ ਹੈ, ਆਈਡੈਂਟੀਟੀ ਵਰਸਿਸ ਰੋਲ ਕਨਫਿਊਜ਼ਨ ਯਾਨੀ ਕਿ ਪਛਾਣ ਵਰਸਿਸ ਭੂਮਿਕਾ ਉਲਝਣ। ਦੇਖੋ ਇਹਦੇ ਅੰਦਰ ਕੀ ਹੁੰਦਾ ਜੀ, ਜਾਂ ਤਾਂ ਜਿਹੜੇ ਪੇਰੈਂਟਸ ਹੈਗੇ ਆ, ਠੀਕ ਹੈ, ਉਹ ਬੱਚੇ ਇਸ ਟਾਈਮ ਤੇ ਤੁਹਾਨੂੰ ਪਤਾ ਹੈ ਕਿ ਵੈਸੇ ਵੀ ਬੱਚਿਆਂ ਦਾ ਜਿਹੜਾ ਹੈ ਸਭ ਤੋਂ ਕ੍ਰਿਟੀਕਲ ਗੰਭੀਰ ਸਮਾਂ ਚੱਲ ਰਿਹਾ ਹੁੰਦਾ ਐਡੋਲੋਸੈਂਸ ਦਾ। ਇਹਦੇ ਵਿੱਚ ਦੇਖੋ ਜੀ ਬੱਚਾ ਆਪਣੇ ਆਪ 'ਚ ਕਨਫਿਊਜ਼ ਹੁੰਦਾ ਹੈ ਵੀ ਮੈਂ ਕੌਣ ਹਾਂ, ਕੀ ਮੈਂ ਵੱਡਾ ਹੋ ਗਿਆ ਜਾਂ ਮੈਂ ਹਜੇ ਵੀ ਬੱਚਾ। ਕਿਤੇ ਤਾਂ ਉਹਨੂੰ ਕਹਿ ਦੇਣਗੇ ਵੀ ਤੂੰ ਵੱਡਾ ਹੋ ਗਿਆ, ਠੀਕ ਹੈ, ਤੈਨੂੰ ਨਹੀਂ ਪਤਾ ਤੂੰ ਇਹ ਕੰਮ ਕਿਵੇਂ ਕਰਦਾ, ਤੂੰ ਤਾਂ ਇੰਨਾ ਵੱਡਾ ਹੋ ਗਿਆ, ਤੈਨੂੰ ਅਕਲ ਨਹੀਂ ਹੈ। ਠੀਕ ਹੈ, ਕਿਤੇ ਉਹਨੂੰ ਕਹਿਣਗੇ ਵੀ ਤੂੰ ਆਪਣੀ ਲਾਈਫ ਦੇ ਡਿਸੀਜਨ ਨਹੀਂ ਲੈ ਸਕਦਾ ਕਿਉਂਕਿ ਤੂੰ ਹਜੇ ਬੱਚਾ ਹੈ। ਠੀਕ ਹੈ ਜੀ, ਤਾਂ ਇਹ ਸਮਾਂ ਬੜਾ ਹੀ ਜ਼ਿਆਦਾ ਗੰਭੀਰ ਹੁੰਦਾ ਹੈ। ਇਸੇ ਕਰਕੇ ਇਸ ਸਮੇਂ ਨੂੰ ਜਿਹੜਾ ਹੈ ਐਰਿਕ ਐਰਿਕਸਨ ਨੇ ਕੀ ਆਖਿਆ ਜੀ, ਇਹਨੂੰ ਆਖਿਆ ਹੈ ਈਗੋ ਆਈਡੈਂਟੀਟੀ ਕ੍ਰਾਈਸਿਸ। ਠੀਕ ਹੈ, ਕੀ ਆਖਿਆ? ਆਈਡੈਂਟੀਟੀ ਕ੍ਰਾਈਸਿਸ। ਠੀਕ ਹੈ, ਆਈਡੈਂਟੀਟੀ ਕ੍ਰਾਈਸਿਸ ਦਾ ਸਮਾਂ ਇਹਨਾਂ ਨੇ ਆਖਿਆ। ਇਹਦੇ ਵਿੱਚੋਂ ਦੇਖੋ ਜੀ ਬੱਚਾ ਜੇ ਸਹੀ ਨਿਕਲਿਆ ਆਵੇ ਤਾਂ ਉਹਦੇ 'ਚ ਆ ਜਾਂਦੀ ਹੈ ਜੀ ਫੈਡਿਲਿਟੀ ਯਾਨੀ ਕਿ ਵਫਾਦਾਰੀ ਬੱਚੇ ਦੇ ਅੰਦਰ ਜਿਹੜੀ ਹੈ ਪੈਦਾ ਹੋ ਜਾਂਦੀ ਹੈ। ਠੀਕ ਹੈ, ਇਹਦੇ ਵਿੱਚੋਂ ਵੀ ਕੁਐਸਚਨ ਆਂਦਾ ਹੈ। ਠੀਕ ਹੈ, ਕਿਹੜੀ ਪੀਰੀਅਡ ਹੈ ਇਹ? ਇਹਦੇ ਵਿੱਚ ਬੱਚੇ ਦਾ ਹੈ ਅਡੋਲੋਸੈਂਸ ਪੀਰੀਅਡ ਹੈ। ਠੀਕ ਹੈ, ਆਈਡੈਂਟੀਟੀ ਵਰਸਿਸ ਰੋਲ ਕਨਫਿਊਜ਼ਨ। ਚਲੋ ਜੀ, ਆ ਜਾਓ 6ਵੀਂ ਸਟੇਜ ਤੇ ਇੰਟੀਮੇਸੀ ਵਰਸਿਸ ਆਈਸੋਲੇਸ਼ਨ। ਇੰਟੀਮੇਸੀ ਵਰਸਿਸ ਆਈਸੋਲੇਸ਼ਨ ਯਾਨੀ ਕਿ ਨੇੜਤਾ ਬਨਾਮ ਇਕੱਲਤਾ। ਠੀਕ ਹੈ ਜੀ, ਇਹ ਕਿਹੜੇ ਉਮਰ ਹੈ ਜਦੋਂ ਬੰਦੇ ਦੀ ਇਹਦੇ ਵਿੱਚੋਂ ਕੁਐਸਚਨਸ ਘੱਟ ਆਉਂਦੇ ਆ ਕਿਉਂਕਿ ਇਹ ਸਕੂਲ ਤੋਂ ਬਾਅਦ ਦੀਆਂ ਉਮਰ ਹੈ। ਐਡਲਟਹੁੱਡ ਯਾਨੀ ਕਿ ਇਹਦੇ ਵਿੱਚ ਬੱਚਾ ਜਿਹੜਾ ਹੈ ਵੱਡਾ ਹੋ ਚੁੱਕਿਆ, ਇਨਸਾਨ ਬਣ ਚੁੱਕਿਆ, ਉਹਦੀ ਜਿਹੜੀ ਉਮਰ ਹੈ ਉਹ ਅਰਲੀ ਐਡਲਟਹੁੱਡ ਦੀ ਆ ਚੁੱਕੀ ਹੈ। ਇਹਦੇ ਵਿੱਚ ਜਿਹੜਾ ਹੈ ਉਹਦੀ ਫੈਮਿਲੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ, ਉਹ ਦੂਸਰਿਆਂ ਦੇ ਬਾਰੇ ਕੇਅਰ ਕਰਨਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਜੇ ਮੰਨ ਲਓ ਇਹਦੇ ਵਿੱਚ ਉਹਦਾ ਵਿਆਹ ਨਹੀਂ ਹੁੰਦਾ ਜਾਂ ਮੰਨ ਲਓ ਫੈਮਿਲੀ ਨਹੀਂ ਬਣਦੀ ਤਾਂ ਉਹ ਬੰਦਾ ਕੱਲਾ ਕੱਲਾ ਰਹਿਣਾ ਸ਼ੁਰੂ ਕਰ ਦਿੰਦਾ। ਤਾਂ ਦੇਖੋ ਜੀ, ਜੇ ਉਹ ਇਸ ਉਮਰ 'ਚੋਂ ਚੰਗਾ ਨਿਕਲ ਆਵੇ ਤਾਂ ਉਹਦੇ ਅੰਦਰ ਕੀ ਪੈਦਾ ਹੋ ਜਾਂਦਾ ਹੈ? ਪਿਆਰ ਯਾਨੀ ਕਿ ਗੁਣ ਪੈਦਾ ਹੋ ਜਾਂਦਾ ਜੀ, ਕਾਹਦਾ? ਪਿਆਰ ਦਾ, ਲਵ ਦਾ। ਠੀਕ ਹੈ ਜੀ, ਉਸ ਤੋਂ ਬਾਅਦ ਆ ਜਾਓ ਜੀ ਅਗਲੀ, ਇਹ ਫਟਾਫਟ ਕੱਢਾਂਗੇ, ਆਪਣੇ ਲਈ ਜ਼ਿਆਦਾ ਜ਼ਰੂਰੀ ਨਹੀਂ ਹੈ। ਸਟੇਜ 7 ਜੈਨਰੇਟਿਵਿਟੀ ਜਾਂ ਸਟੈਗਨੇਸ਼ਨ, ਉਤਪੱਤੀ ਬਨਾਮ ਖੜੋਤ। ਠੀਕ ਹੈ, ਇਹਦੇ ਵਿੱਚ ਕੀ ਹੈ ਜੀ, ਇਹਦੇ ਵਿੱਚ ਹੁਣ ਬੰਦਾ ਜਿਹੜਾ ਹੈ ਮਿਡਲ ਐਡਲਟਹੁੱਡ ਦੇ ਵਿੱਚ ਆ ਚੁੱਕਿਆ, ਬੁੱਢਾ ਹੋਇਆ ਨਹੀਂ ਹੈ ਤੇ ਨਾ ਹੀ ਹਜੇ ਯੰਗ ਰਿਹਾ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ, ਦੇਖੋ ਉਹਦੇ ਬੱਚੇ ਬੁੱਚੇ ਵੱਡੇ ਹੋ ਗਏ, ਸੈਟਲ ਹੋ ਗਏ। ਹੁਣ ਉਹਦਾ ਸੁਸਾਇਟੀ ਦੇ ਅੰਦਰ ਇਹ ਰੋਲ ਹੈ ਵੀ ਉਹ ਆਪਣੀ ਅਗਲੀ ਜਨਰੇਸ਼ਨ ਨੂੰ ਅਕਲ ਦੇਵੇ। ਤਾਂ ਹੀ ਅਸੀਂ ਜਿਹੜਾ ਹੈ ਮਾਂ ਬਾਪ ਨੂੰ ਕੋਸਦੇ ਰਹਿੰਦੇ ਹਾਂ, ਪਰ ਉਹਨਾਂ ਦੀ ਉਮਰ ਹੀ ਇਹ ਕਰਨ ਦੀ ਹੈ ਵੀ ਉਹ ਆਪਣੀ ਅਗਲੀ ਜਨਰੇਸ਼ਨਸ ਨੂੰ ਜਿਹੜੀ ਹੈ ਅਕਲ ਦੇਣ, ਉਹਨਾਂ ਨੂੰ ਆਪਣੇ ਐਕਸਪੀਰੀਅੰਸ ਦੇ ਨਾਲ ਦੱਸਣ। ਤਾਂ ਹੀ ਉਹ ਹੈ ਨਾ ਕਹਿੰਦੇ ਵੀ ਵਾਲ ਸਫੇਦ ਐਂ ਹੀ ਨਹੀਂ ਕਰੇ, ਹੈ ਨਾ। ਤਾਂ ਉਹ ਚੀਜ਼ ਇਹਦੇ ਵਿੱਚ ਹੁੰਦੀ ਹੈ। ਇਹਦੇ ਵਿੱਚ ਉਹਨਾਂ ਨੇ ਸੋਸ਼ਲ ਇਨਵੋਲਵਮੈਂਟ ਕਰਨੀ ਹੈ, ਆਪਣੀ ਅਗਲੀ ਪੀੜ੍ਹੀਆਂ ਨੂੰ ਅਕਲ ਦੇਣੀ ਹੈ, ਉਹਨਾਂ ਨੂੰ ਜ਼ਿੰਦਗੀ ਜੀਣ ਦੀ ਅਕਲ ਦੇਣੀ ਹੈ। ਠੀਕ ਹੈ ਜੀ, ਇਹਦੇ ਵਿੱਚ ਦੇਖ ਲਓ ਜੀ, ਜੇ ਬੰਦਾ ਇਹਨੂੰ ਬਾਹਰ ਨਿਕਲਿਆ ਆਵੇ ਤਾਂ ਉਹਦੇ ਵਿੱਚ ਆ ਜਾਂਦੀ ਹੈ ਜੀ ਕੇਅਰ।
ਕੀ ਆ ਜਾਂਦੀ ਹੈ, ਸੰਭਾਲ, ਠੀਕ ਹੈ, ਉਸ ਸੁਸਾਇਟੀ ਦੀ ਕੇਅਰ ਕਰਨਾ ਜਿਹੜਾ ਹੈ ਸਿੱਖ ਜਾਂਦਾ ਹੈ। ਅਦਰਵਾਈਜ਼ ਉਹ ਬੰਦਾ ਸਟੈਗਨੈਂਟ ਹੋ ਜਾਏਗਾ, ਮਤਲਬ ਇੱਕ ਜਗ੍ਹਾ ਤੇ ਉਹਨੂੰ ਲੱਗੇਗਾ ਕਿ ਮੈਂ ਖੜਾ, ਠੀਕ ਹੈ, ਮੈਂ ਕੁਝ ਨਹੀਂ ਕਰਿਆ ਜ਼ਿੰਦਗੀ 'ਚ। ਠੀਕ ਹੈ ਜੀ, ਇਹ ਸੀਗੀ 7ਵੀਂ ਸਟੇਜ। ਉਸ ਤੋਂ ਬਾਅਦ ਜੀ ਲਾਸਟ ਹੈਗੀ ਹੈ ਇੰਟੈਗ੍ਰਿਟੀ ਵਰਸਸ ਡਿਸਪੇਅਰ, ਯਾਨੀ ਕਿ ਇਕਸਾਰਤਾ ਬਨਾਮ ਨਿਰਾਸ਼ਤਾ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ, ਇਹ ਤੁਹਾਡੀ ਜ਼ਿੰਦਗੀ ਦੀ ਆਖਰੀ ਸਟੇਜ ਹੈ। ਜਦੋਂ ਕਹਿੰਦੇ ਆ ਨਾ ਵੀ ਇਨਸਾਨ ਜਦੋਂ ਮਰਨ ਤੇ ਹੁੰਦਾ, ਕੰਡੇ ਹੁੰਦਾ, ਤਾਂ ਉਹਦੀ ਆਪਣੀ ਪੂਰੀ ਲਾਈਫ ਰਿਵਾਈਂਡ ਹੁੰਦੀ ਹੈ ਵੀ ਮੈਂ ਜੋ ਕਰਿਆ ਜ਼ਿੰਦਗੀ 'ਚ ਕੀ ਉਹ ਠੀਕ ਸੀ, ਗਲਤ ਸੀ। ਤਾਂ ਦੇਖੋ ਜੀ, ਜੇ ਉਹ ਆਪਣੀ ਜ਼ਿੰਦਗੀ 'ਚੋਂ ਸੈਟਿਸਫਾਈਡ ਨਿਕਲਿਆ, ਠੀਕ ਹੈ, ਤਾਂ ਉਹਦੇ ਅੰਦਰ ਇੰਟੀਗ੍ਰਿਟੀ ਯਾਨੀ ਕਿ ਕੀ ਚੀਜ਼ ਆ ਜਾਏਗੀ, ਉਹਦੇ 'ਚ ਇਕਸਾਰਤਾ ਆ ਜਾਏਗੀ, ਪੂਰੇ ਪਰਿਵਾਰ ਨੂੰ ਇਕੱਠੇ ਲੈ ਕੇ ਚੱਲਣ ਦੀ, ਪੂਰੇ ਸਮਾਜ ਨੂੰ ਇਕੱਠੇ ਲੈ ਕੇ ਚੱਲਣ ਦੀ। ਪਰ ਜੇ ਉਹਨੇ ਆਪਣੀ ਜ਼ਿੰਦਗੀ ਇਕੱਲੇ ਇਕੱਲੇ ਕੱਟੀ ਹੈ, ਠੀਕ ਹੈ, ਉਹ ਐਂਡ ਦੇ ਵਿੱਚ ਕੀ ਹੋ ਜਾਏਗਾ, ਨਿਰਾਸ਼ ਹੋ ਜਾਏਗਾ ਵੀ ਮੈਂ ਜੋ ਹੈ ਆਪਣੀ ਜ਼ਿੰਦਗੀ ਦੇ ਅੰਦਰ ਜਿਹੜਾ ਹੈ ਉਹ ਚੀਜ਼ ਨਹੀਂ ਕਰੀ ਜੋ ਮੈਨੂੰ ਕਰਨੀ ਚਾਹੀਦੀ ਸੀ। ਤਾਂ ਉਹਦੇ ਵਿੱਚ ਰਿਗਰੈਟ ਆ ਜਾਏਗਾ, ਠੀਕ ਹੈ, ਰਿਗਰੈਟ ਆ ਜਾਏਗਾ, ਨਿਰਾਸ਼ਤਾ ਆ ਜਾਏਗੀ। ਜੇ ਤਾਂ ਇਸ ਸਟੇਜ ਤੋਂ ਬੰਦਾ ਬਾਹਰ ਨਿਕਲ ਜਾਂਦਾ ਜੀ, ਉਹ ਕਹਾਂਦਾ ਸਿਆਣਾ, ਵਿਜ਼ਡਮ। ਤਾਂ ਹੀ ਜਿਹੜੇ ਹੈ ਵੱਡੇ ਲੋਕਾਂ ਨੂੰ ਕੀ ਆਖਿਆ ਜਾਂਦਾ ਜੀ, ਸਿਆਣਾ ਜਿਹੜਾ ਹੈ ਉਹ ਆਖਿਆ ਜਾਂਦਾ। ਤਾਂ ਫਟਾਫਟ ਆਪਾਂ ਇਹਨਾਂ ਸਟੇਜਸ ਦੀ ਇੱਕ ਉਹ ਲੈ ਲੈਂਦੇ ਹਾਂ, ਫਟਾਫਟ ਸਮਰੀ ਲੈ ਲੈਂਦੇ ਹਾਂ। ਤਾਂ ਦੇਖੋ ਜੀ, ਸਟੇਜ ਸਭ ਤੋਂ ਜ਼ਰੂਰੀ ਸਾਡੇ ਲਈ ਕਿਹੜੀਆਂ ਹੈ ਜੀ, ਸਾਡੇ ਲਈ ਜ਼ਰੂਰੀ ਹੈ ਇੰਡਸਟਰੀ ਵਰਸਸ ਇਨਫੀਰੀਓਰਿਟੀ, ਆਈਡੈਂਟੀਟੀ ਵਰਸਸ ਰੋਲ ਕਨਫਿਊਜ਼ਨ। ਵੈਸੇ ਤਾਂ ਪਹਿਲੀ ਤੋਂ ਲੈ ਕੇ ਉਰੇ ਤੱਕ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਠੀਕ ਹੈ। ਤਾਂ ਦੇਖ ਲਓ ਜੀ, ਟਰਸਟ ਵਰਸਸ ਮਿਸਟਰਸਟ ਦੇ ਵਿੱਚ ਕੀ ਨਿਕਲ ਕੇ ਆਉਂਦਾ, ਹੋਪ, ਉਮੀਦ, ਠੀਕ ਹੈ ਜੀ। ਆਟੋਨੋਮੀ ਵਰਸਸ ਸ਼ੇਮ ਐਂਡ ਡਾਊਟ ਦੇ ਵਿੱਚ ਕੀ ਨਿਕਲ ਕੇ ਆਉਂਦਾ, ਵਿਲ ਪਾਵਰ, ਠੀਕ ਹੈ। ਇਨੀਸ਼ੀਏਟਿਵ ਵਰਸਸ ਗਿਲਟ ਦੇ ਵਿੱਚ ਨਿਕਲ ਕੇ ਆਉਂਦਾ ਉਦੇਸ਼, ਜ਼ਿੰਦਗੀ ਜੀਣ ਦਾ ਪਰਪਸ ਕੀ ਹੈ। ਉਸ ਤੋਂ ਬਾਅਦ ਇੰਡਸਟਰੀ ਵਰਸਸ ਇਨਫੀਰੀਓਰਿਟੀ 'ਚ ਕੰਪੀਟੈਂਸ ਯਾਨੀ ਕਿ ਕਾਬਲੀਅਤ ਨਿਕਲ ਕੇ ਆਉਂਦੀ ਹੈ। ਆਈਡੈਂਟੀਟੀ ਵਰਸਸ ਰੋਲ ਕਨਫਿਊਜ਼ਨ ਦੇ ਵਿੱਚ ਫੈਡਿਲਿਟੀ ਨਿਕਲ ਕੇ ਆਉਂਦੀ ਹੈ, ਠੀਕ ਹੈ ਜੀ। ਕੀ ਨਿਕਲ ਕੇ ਆਉਂਦੀ ਹੈ, ਫੈਡਿਲਿਟੀ ਨਿਕਲ ਕੇ ਆਉਂਦੀ ਹੈ। ਉਸ ਤੋਂ ਬਾਅਦ ਇੰਟੀਮੇਸੀ ਵਰਸਸ ਆਈਸੋਲੇਸ਼ਨ ਦੇ ਵਿੱਚ ਜੀ ਲਵ ਨਿਕਲ ਕੇ ਆਉਂਦਾ ਹੈ। ਜਨਰੇਟਿਵਿਟੀ ਵਰਸਸ ਸਟੈਗਨੇਸ਼ਨ ਦੇ ਵਿੱਚ ਕੇਅਰ ਨਿਕਲ ਕੇ ਆਉਂਦੀ ਹੈ। ਤੇ ਲਾਸਟ 'ਚ ਇੰਟੀਗ੍ਰਿਟੀ ਵਰਸਸ ਡਿਸਪੇਅਰ ਦੇ ਵਿੱਚ ਵਿਜ਼ਡਮ ਯਾਨੀ ਕਿ ਸਿਆਣਪ ਨਿਕਲ ਕੇ ਆਉਂਦੀ ਹੈ। ਇਸ ਤਰੀਕੇ ਨਾਲ ਐਰਿਕ ਐਰਿਕਸਨ ਜਿਹੜੇ ਹੈ ਉਹ ਕਹਿੰਦੇ ਹੈ ਕਿ ਇਨਸਾਨ ਦੀ ਸ਼ਖਸੀਅਤ 8 ਸਟੇਜਸ ਦੇ ਵਿੱਚ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਬਣਦੀ ਹੈ। ਜੇ ਹਰ ਸਟੇਜ ਦੇ ਵਿੱਚ ਉਹ ਬੰਦਾ ਸਹੀ ਤਰੀਕੇ ਨਾਲ ਨਿਕਲ ਆਵੇ ਤਾਂ ਉਹਦੇ ਅੰਦਰ ਨੀਚੇ ਦਿੱਤੀ ਹੋਈ ਵਰਚੂ ਜਿਹੜੀ ਹੈ ਉਹ ਵੀ ਬਣ ਜਾਂਦੀ ਹੈ। ਤਾਂ ਜੀ ਇਹ ਸੀਗੀ ਐਰਿਕ ਐਰਿਕਸਨ ਦੀ ਥਿਓਰੀ, ਠੀਕ ਹੈ। ਇਹਦੇ ਬਾਰੇ ਤੁਹਾਨੂੰ ਕੁਛ ਨਹੀਂ ਆਣਾ, ਤੁਸੀਂ 8 ਸਟੇਜਸ ਯਾਦ ਕਰਨੀ ਹੈ, ਉਹਨਾਂ ਦੀ ਉਮਰ ਯਾਦ ਕਰਨੀ ਹੈ, ਕਿਹੜੀ ਏਜ ਦੇ ਵਿੱਚੋਂ ਆਉਂਦੀ ਹੈ, ਤੇ ਉਹਨਾਂ ਦੇ ਵਿੱਚੋਂ ਕਿਹੜਾ ਗੁਣ, ਕਿਹੜੀ ਵਰਚੂ ਨਿਕਲ ਕੇ ਆਉਂਦੀ ਹੈ, ਬਸ ਇਹ 3 ਚੀਜ਼ਾਂ ਤੁਸੀਂ ਇਹਦੇ ਵਿੱਚ ਯਾਦ ਕਰਨੀਆਂ। ਇਸ ਤੋਂ ਇਲਾਵਾ ਤੁਸੀਂ ਜਾਣਦੇ ਹੋ ਅਸੀਂ ਤੁਹਾਨੂੰ YouTube ਤੇ ਬਿਲਕੁਲ ਫ੍ਰੀ ਤਿਆਰੀ ਜਿਹੜੀ ਹੈ PSTET ਦੀ ਕਰਾਉਂਦੇ ਹਾਂ। 5 ਵਜੇ CDP ਦੀ ਕਲਾਸ ਹਰ ਰੋਜ਼ ਜਿਹੜੀ ਹੈ ਲਾਈਵ ਆਉਂਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਗਿਆਨਮ ਪੰਜਾਬ ਦੀ ਟੀਮ ਵੱਲੋਂ ਜੀ ਬਹੁਤ ਬਹੁਤ ਦੀਵਾਲੀ ਦੀ ਮੁਬਾਰਕਾਂ ਹੋਣ। ਨਾਲ ਨਾਲ ਆਪਣੇ ਪੇਪਰ ਦੀ ਤਿਆਰੀ ਕਰਦੇ ਜਾਓ, ਤੁਹਾਡੇ ਪਰਿਵਾਰ ਫੱਲਣ ਫੁੱਲਣ, ਤੁਹਾਡਾ ਜਿਹੜਾ ਅਧਿਆਪਕ ਬਣਨ ਦਾ ਸੁਪਨਾ ਹੈ ਜੀ ਉਹ ਫਟਾਫਟ ਜਿਹੜਾ ਹੈ ਪੂਰਾ ਹੋਵੇ। ਉਸ ਤੋਂ ਇਲਾਵਾ ਜੇ ਤੁਸੀਂ ਸਾਡਾ ਪੇਡ ਕੋਰਸ ਲੈਣਾ ਚਾਹੁੰਦੇ ਹੋ ਤਾਂ 3000 ਰੁਪਏ ਦਾ ਸਾਡਾ ਕੋਰਸ ਮਿਲ ਰਿਹਾ ਜੀ। ਇਹਦੇ ਵਿੱਚ ਤੁਹਾਨੂੰ ਪਰਸਨਲ ਟੀਚਰ ਦੀ ਗਾਈਡੈਂਸ ਤੇ ਮੌਕ ਟੈਸਟ ਵੀ ਜਿਹੜੇ ਹੈ ਉਹ ਮਿਲ ਜਾਣਗੇ। ਤਾਂ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਜਿਹੜਾ ਹੈ ਇਸ ਕੋਰਸ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ, ਠੀਕ ਹੈ ਜੀ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ, ਇਸ ਵੀਡੀਓ ਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ, ਸ਼ੇਅਰ ਕਰੋ, ਕਮੈਂਟਾਂ ਦੇ ਵਿੱਚ ਜਿਹੜਾ ਹੈ ਆਪਣਾ ਪਿਆਰ ਦਿਓ ਤੇ ਛੇਤੀ ਜਿਹੜਾ ਹੈ ਅਸੀਂ ਵਾਪਸ ਆਵਾਂਗੇ ਇਹਦੇ PYQs ਨਾਲ। ਧੰਨਵਾਦ ਜੀ ਸਾਰਿਆਂ ਦਾ, ਖੁਸ਼ ਰਹੋ, ਹੱਸਦੇ ਵੱਸਦੇ ਰਹੋ।